ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 12 ਤੇ ਉੱਤੋਂ ਇੱਕ ਪੈਰਾ ਛੱਡ ਕੇ ਹੈ। ਆਸਾ ਮਹਿਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਖਿਆਲ ਰੱਖਣੇ ਨੂੰ ਬਿਰਥਾ ਨਹੀਂ ਪੜ੍ਹ ਦੇਣਾ। ਇਹ ਬਿਰਥਾ ਨਹੀਂ ਹੈ। ਬਿਰਥਾ ਤਾਂ ਹੁੰਦਾ ਜੇ ਰਾਰਾ ਪੂਰਾ ਹੋਵੇ, ਕਿਉਂਕਿ ਸ਼ਬਦ ਹਿੰਦੀ ਦਾ ਹੈ ਅਤੇ ਹਿੰਦੀ ਦੇ ਵਿੱਚ ਪੈਰ 'ਚ ਫਿਰ ਇਸ ਤਰ੍ਹਾਂ ਰਾਰਾ ਲਿਖਿਆ ਹੁੰਦਾ। ਖਿਆਲ ਰੱਖਣਾ, ਮੈਂ ਕਈ ਵਾਰੀ ਕੀਰਤਨੀਆਂ ਨੂੰ, ਕਥਾਕਾਰਾਂ ਨੂੰ ਅਤੇ ਜਿਹੜਾ ਹੈ ਪਾਠੀਆਂ ਨੂੰ ਸੁਣਦਾ। ਹੁਣ ਉੱਥੇ ਲਿਖਿਆ ਹੁੰਦਾ ਗ੍ਰੇ, ਗੱਗੇ ਨੂੰ ਸਿਆਰੀ, ਪੈਰ 'ਚ ਰਾਰਾ ਹਾ। ਹੁਣ ਪੜ੍ਹਦੇ ਗ੍ਰਹਿ। ਇਹਦੇ ਵਿੱਚ ਸਾਨੂੰ ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ। ਹਿੰਦੀ, ਅੰਗਰੇਜ਼ੀ ਅਤੇ ਬਾਕੀ ਫਾਰਸੀ ਉਹਦੇ ਕਿੱਥੋਂ ਆਉਣੀ ਹੈ। ਸਾਨੂੰ ਗ੍ਰਹਿ ਹੀ ਨਹੀਂ ਪੜ੍ਹਨਾ। 99% ਪਾਠੀਆਂ ਨੂੰ, ਕਥਾਕਾਰਾਂ ਨੂੰ ਅਤੇ ਕੀਰਤਨੀਆਂ ਨੂੰ ਗ੍ਰਹਿ ਹੀ ਨਹੀਂ ਪੜ੍ਹਨਾ ਆਉਂਦਾ। ਉਹਨੂੰ ਗ੍ਰਹਿ ਪੜ੍ਹਦੇ ਨੇ। ਉਹਨੂੰ ਪਤਾ ਹੀ ਨਹੀਂ ਕਿ ਜਿਹੜੀ ਗੱਗੇ ਨੂੰ ਸਿਆਰੀ ਲੱਗੀ ਹੈ, ਪੈਰ ਜਿਹੜਾ ਆ ਰਿਹਾ, ਇਹ ਤਾਂ ਉਹਦੇ ਨਾਲ ਬੋਲਣੀ ਹੈ, ਇਹ ਤਾਂ ਉਹਦੇ ਨਾਲ ਬੋਲਣੀ ਹੈ। ਇਹ ਉਸੇ ਨਾਲ ਹੀ ਬੋਲ ਦਿੰਦੇ, ਇਸ ਲਈ ਗਲਤ ਹੋ ਜਾਂਦਾ। ਜੇ ਹੁਣ ਤੁਸੀਂ ਬੱਬੇ ਨੂੰ ਸਿਹਾਰੀ ਬੋਲੋਗੇ ਫਿਰ ਤਾਂ ਹੋ ਜਾਏਗਾ ਬਿਰਥਾ, ਬਿਰਥਾ ਹੋ ਜਾਏਗਾ, ਉਹ ਤਾਂ ਗਲਤ ਹੋ ਜਾਏਗਾ। ਜਿਹੜਾ ਪੈਰ 'ਚ ਰਾਰ ਲੱਗਾ, ਬੱਬੇ ਦੀ ਸਿਹਾਰੀ, ਪੈਰ ਜਿਹੜਾ ਰਾਰ ਲੱਗਾ ਉਸ ਨੂੰ ਬੋਲਣੀ ਹੈ। ਅਤੇ ਜਦੋਂ ਉਸ ਨੂੰ ਬੋਲਣੀ ਹੈ ਤਾਂ ਫਿਰ ਹੋ ਗਿਆ ਬੱਬਾ, ਰਾਰੇ ਨੂੰ ਸਿਹਾਰੀ, ਥੱਥੇ ਨੂੰ ਕਰਨਾ ਬ੍ਰਿਥਾ, ਫਿਰ ਹੋ ਗਿਆ ਬ੍ਰਿਥਾ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪੰਚਮ ਪਾਤਸ਼ਾਹ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਮਨੁੱਖਾ ਦੇਹਰੀ ਪ੍ਰਾਪਤ ਹੋਈ ਹੈ, ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਹੁੰਦਾ ਵਾਰੀ। ਪਰਮਾਤਮਾ ਨੂੰ ਮਿਲਣ ਲਈ ਹੁਣ ਤੇਰੀ ਵਾਰੀ ਆ ਗਈ ਹੈ। ਹੁਣ ਜਦੋਂ ਵਾਰੀ ਆਵੇ ਅਤੇ ਆਪਾਂ ਉਸ ਵਾਰੀ ਦਾ ਫਾਇਦਾ ਨਾ ਉਠਾਈਏ ਤਾਂ ਫਿਰ ਪਤਾ ਨਹੀਂ ਦੁਬਾਰਾ ਵਾਰੀ ਕਦੋਂ ਆਵੇ। ਮੰਨ ਲਓ ਮੈਂ ਲੰਬੀ ਲਾਈਨ 'ਚ ਲੱਗਾ ਹੋਇਆ, ਬਿੱਲ ਕੋਈ ਭਰਾ ਰਿਹਾ ਹਾਂ। ਜਦੋਂ ਮੇਰੇ ਤੋਂ ਇੱਕ ਬੰਦਾ ਅੱਗੇ ਰਹਿ ਕੇ ਮੇਰੀ ਵਾਰੀ ਆਉਣ ਵਾਲੀ ਸੀ ਤਾਂ ਮੈਨੂੰ ਕਿਸੇ ਨੇ ਆਵਾਜ਼ ਮਾਰ ਕੇ ਵਿੱਚੋਂ ਸੱਦ ਲਿਆ, ਮੈਂ ਵਿੱਚੋਂ ਨਿਕਲ ਗਿਆ। ਦੁਬਾਰਾ ਕਿਸੇ ਨੇ ਮੈਨੂੰ ਉੱਥੇ ਖੜ੍ਹਨ ਨਹੀਂ ਦੇਣਾ। ਨਵੇਂ ਨਾ ਕਰ ਚਲੋ ਜੀ, ਚਲੋ ਪਿੱਛੇ ਚੱਲੋ ਜੀ। ਉਹ ਫਿਰ ਵਾਰੀ ਪਤਾ ਨਹੀਂ ਦੁਬਾਰਾ ਆਉਣੀ ਹੈ ਕਿ ਨਹੀਂ ਆਉਣੀ। ਹੁਣ ਵਾਰੀ ਆਈ ਹੋਈ ਹੈ। ਮਨੁੱਖਾ ਜੀਵਨ ਜਿਹੜਾ ਨਾ, ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਮੌਕਾ ਹੈ। ਕਿਉਂ? ਹੋਰ ਕਿਸੇ ਜੀਵਨ ਦੇ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਪਰਮਾਤਮਾ ਸਾਰੀਆਂ ਜੂਨੀਆਂ ਦੇ ਵਿੱਚ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿਹੜੀਆਂ 84 ਲੱਖ ਜੂਨੀਆਂ ਮੰਨੀ ਗਏ ਹਿੰਦੂ ਧਰਮ ਅਤੇ ਸਿੱਖ ਧਰਮ ਦੇ ਵਿੱਚ, ਉਹਦੇ ਵਿੱਚ ਕਿਹਾ ਹੈ ਕਿ ਵੀ ਸਿਰਫ ਇੱਕ ਮਨੁੱਖਾ ਜੂਨੀ ਹੈ ਜਿਸ ਦੇ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਹੋਰ ਕਿਸੇ ਜੂਨੀ 'ਚ ਮਿਲਿਆ ਨਹੀਂ ਜਾ ਸਕਦਾ, ਕਿਉਂਕਿ ਹੋਰ ਕਿਸੇ ਜੂਨੀ ਨੂੰ ਪਰਮਾਤਮਾ ਨੇ ਇੰਨੀ ਸੋਝੀ ਹੀ ਨਹੀਂ ਦਿੱਤੀ ਕਿ ਉਹ ਨਾਮ ਜਪ ਜਪ ਕੇ ਆਪਣੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਲਵੇ। ਪਰਮਾਤਮਾ ਤਾਂ ਉਹਨਾਂ ਦੇ ਅੰਦਰ ਵੀ ਹੈ, ਪਰ ਉਹਨਾਂ ਨੂੰ ਪਰਮਾਤਮਾ ਪ੍ਰਗਟ ਕਰਨ ਦੀ ਜਾਚ ਨਹੀਂ ਹੈ। ਇਸ ਲਈ ਇੱਕ ਮਨੁੱਖ ਨੂੰ ਹੀ ਜਾਚ ਦਿੱਤੀ ਹੈ ਪਰਮਾਤਮਾ ਨੇ। ਇਹ ਹੁਣ ਇਹਦੀ ਮਰਜ਼ੀ ਹੈ ਕੋਈ ਜਿਹੜੀ ਸੋਝੀ ਦਿੱਤੀ ਉਹਦੀ ਵਰਤੋਂ ਕਰਦਾ ਜਾਂ ਨਹੀਂ ਕਰਦਾ। ਭਈ ਪ੍ਰਾਪਤ ਮਾਨੁਖ ਦੇਹੁਰੀਆ।
ਹੇ ਇਨਸਾਨ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਤੂੰ ਭਜਨ ਬੰਦਗੀ ਤੋਂ ਬਿਨਾਂ ਜਿੰਨੇ ਵੀ ਕੰਮ ਕਰ ਰਿਹਾ ਹੈ ਇਹ ਕਿਸੇ ਲੇਖੇ 'ਚ ਨਹੀਂ ਹੈਗੇ। ਇਹ ਤੇਰੇ ਆਤਮਾ ਦੇ ਕੰਮ ਨਹੀਂ ਆਉਣੇ, ਉਹ ਕਿਸੇ ਲੇਖੇ 'ਚ ਹੀ ਨਹੀਂ ਹੈ, ਕਿਸੇ ਕਾਜ ਤੇਰੇ ਕੰਮ ਹੀ ਨਹੀਂ ਆਉਣੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਸ ਲਈ ਸਤ ਸੰਗਤ 'ਚ ਮਿਲ ਕੇ ਪਰਮਾਤਮਾ ਦਾ ਨਾਮ ਜਪ। ਕਿਉਂਕਿ ਜਿੱਥੇ ਦੂਜੇ ਕੋਈ ਕੰਮ ਕਰ ਰਹੇ ਹਨ ਉਹਨਾਂ ਨੂੰ ਵੇਖ ਵੇਖ ਕੇ ਆਪਾਂ ਨੂੰ ਕੰਮ ਕਰਨਾ ਕਿਤੇ ਆਸਾਨ ਹੋ ਜਾਂਦਾ ਹੈ, ਇੱਕ ਉਤਸ਼ਾਹ ਮਿਲਦਾ ਹੈ। ਜਿਵੇਂ ਇਕੱਲਾ ਬੰਦਾ ਕੋਈ ਕੰਮ ਕਰ ਰਿਹਾ ਹੈ ਉਹ ਛੇਤੀ ਥੱਕ ਜਾਏਗਾ, ਉਸ ਕੰਮ ਤੋਂ ਉਕਤਾ ਜਾਵੇਗਾ। ਪਰ ਜੇ ਉਹੀ ਕੰਮ ਕਈ ਬੰਦੇ ਰਲ ਕੇ ਕਰ ਰਹੇ ਨੇ ਤਾਂ ਫਿਰ ਥੱਕੇਗਾ ਨਹੀਂ, ਸਗੋਂ ਇੱਕ ਦੂਜੇ ਤੋਂ ਉਤਸ਼ਾਹ ਮਿਲ ਕੇ ਲੱਗੇ ਰਹਿਣਗੇ। ਤਾਂ ਇਹ ਸਤ ਸੰਗਤ 'ਚ ਆ ਕੇ ਨਾਮ ਜਪਣਾ। ਜਿੰਨਾ ਸਮਾਂ ਸਤ ਸੰਗਤ ਮਿਲੇ ਉਹਦੇ 'ਚ ਆ ਕੇ ਨਾਮ ਜਪੋ। ਭਾਈ ਜੇ ਨਹੀਂ ਮਿਲਦੀ ਫਿਰ ਆਪਣੇ ਘਰ ਬੈਠ ਕੇ ਨਾਮ ਜਪੋ। ਉਹਦੇ ਨਾਮ ਜਪਣ ਨਾਲ ਉਹਦੀ ਪ੍ਰਾਪਤੀ ਹੋਣੀ ਹੈ। ਇਸ ਲਈ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ 'ਚ ਆ ਕੇ ਗੁਰੂ ਦੀ ਸਾਧੂ ਦੀ ਸੰਗਤ 'ਚ ਆ ਕੇ ਫਿਰ ਕਹਿੰਦੇ ਨਾਮ ਜਪ। ਸਰੰਜਾਮ ਲਾਗ ਭਵਜਲ ਤਰਨ ਕੈ। ਸਰੰਜਾਮ ਹੁੰਦਾ ਪ੍ਰਬੰਧ 'ਚ ਲੱਗਣਾ, ਇੰਤਜ਼ਾਮ ਕਰਨਾ ਕਿਸੇ ਚੀਜ਼ ਦਾ। ਇਹ ਭਵਜਲ ਹੈ। ਇਸ ਸੰਸਾਰ ਨੂੰ ਨਾ ਭਵ ਸਾਗਰ ਭਵਜਲ ਕਿਹਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਬੁਰਾਈਆਂ ਨੂੰ ਭਵਜਲ ਕਿਹਾ ਹੈ। ਅਸੀਂ ਇਹਨਾਂ ਬੁਰਾਈਆਂ ਤੋਂ ਬਚ ਕੇ ਇਹ ਜੀਵਨ ਜਿਉਣਾ ਹੈ, ਇਹਨੂੰ ਕਹਿੰਦੇ ਭਵਜਲ ਤਰਨਾ, ਇਹਨੂੰ ਕਹਿੰਦੇ ਭਵ ਸਾਗਰ ਤਰਨਾ। ਜੇ ਬਹੁਤ ਵੱਡੇ ਸਮੁੰਦਰ ਨੂੰ ਤਰ ਕੇ ਪਾਰ ਕਰਨਾ ਬੜਾ ਕਠਿਨ ਹੁੰਦਾ ਹੈ, ਇਸੇ ਤਰ੍ਹਾਂ ਹੀ ਬੁਰਾਈਆਂ ਤੋਂ ਬਚ ਕੇ ਸੰਸਾਰ ਤੋਂ ਪਾਰ ਜਾਣਾ, ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ ਭਵਜਲ ਤਰਨ ਦੇ ਬਰਾਬਰ ਹੈ। ਇਸ ਲਈ ਇਸ ਭਵ ਸਾਗਰ ਨੂੰ ਬੁਰਾਈਆਂ ਨੂੰ ਤਰਨ 'ਤੇ ਪ੍ਰਬੰਧ 'ਚ ਲੱਗ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਬ੍ਰਿਥਾ ਹੁੰਦਾ ਵਿਅਰਥ, ਹਿੰਦੀ 'ਚ ਵਾਵੇ ਨਾਲ ਹੁੰਦਾ ਵਿਰਥਾ, ਪੂਰਨ ਪੰਜਾਬੀ 'ਚ ਬੱਬਾ ਬਣਾਤਾ ਹੈ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਰੰਗ ਹੁੰਦਾ ਪਿਆਰ। ਮਾਇਆ ਨੂੰ ਪਿਆਰ ਕਰਨ ਕਾਰਨ ਮਨੁੱਖਾ ਜੀਵਨ ਵਿਅਰਥ ਜਾ ਰਿਹਾ ਹੈ। ਕਿ ਪਿਆਰ ਤਾਂ ਫਿਰ ਇੱਕ ਨੂੰ ਕੀਤਾ ਜਾ ਸਕਦਾ, ਦੋ ਨੂੰ ਤਾਂ ਕੀਤਾ ਨਹੀਂ ਜਾ ਸਕਦਾ। ਜਾਂ ਰੱਬ ਨੂੰ ਕਰ ਲਓ ਜਾਂ ਮਾਇਆ ਨੂੰ ਕਰ ਲਓ। ਹੁਣ ਜੇ ਮਾਇਆ ਨਾਲ ਪਿਆਰ ਹੈ ਤਾਂ ਫਿਰ ਰੱਬ ਨਾਲ ਨਹੀਂ ਹੋ ਸਕਦਾ ਹੈ। ਅਤੇ ਧਰਮ ਅਨੁਸਾਰ ਜੇ ਰੱਬ ਨਾਲ ਪਿਆਰ ਨਹੀਂ ਤਾਂ ਜਨਮ ਵਿਅਰਥ ਜਾ ਰਿਹਾ ਹੈ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਮਾਇਆ ਦੇ ਪਿਆਰ ਕਾਰਨ ਇਹ ਮਨੁੱਖਾ ਜੀਵਨ ਵਿਅਰਥ ਜਾ ਰਿਹਾ ਹੈ। ਜਦ ਸਾਨੂੰ ਮਾਇਆ ਕਮਾਉਣ ਦਾ ਹੁਕਮ ਹੈ, ਮਾਇਆ ਨੂੰ ਮੋਹ ਕਰਨ ਦਾ ਹੁਕਮ ਨਹੀਂ ਹੈ। ਜਦੋਂ ਮਾਇਆ ਨਾਲ ਮੋਹ ਹੋਏਗਾ ਉਦੋਂ ਹੀ ਚੋਰੀਆਂ ਹੋਣਗੀਆਂ, ਉਦੋਂ ਹੀ ਬੰਦਾ ਡਾਕੇ ਮਾਰੇਗਾ, ਉਦੋਂ ਹੀ ਮਿਲਾਵਟਾਂ ਕਰੇਗਾ, ਉਦੋਂ ਹੀ ਧੋਖਾਧੜੀ ਕਰੇਗਾ, ਉਦੋਂ ਹੀ ਰਿਸ਼ਵਤਾਂ ਲਵੇਗਾ, ਉਦੋਂ ਹੀ ਮਕਾਨ ਦੱਬੇਗਾ, ਉਦੋਂ ਹੀ ਪਲਾਟ ਦੱਬੇਗਾ, ਉਦੋਂ ਹੀ ਪੈਸੇ ਲੈ ਕੇ ਮੁੱਕਰੇਗਾ, ਕਿਉਂਕਿ ਮਾਇਆ ਨਾਲ ਮੋਹ ਹੋ ਗਿਆ ਹੈ। ਸਿੱਖ ਨੂੰ ਹੁਕਮ ਹੈ ਤੂੰ 10 ਦੀ ਕਿਰਤ ਕਰਕੇ ਮਾਇਆ ਕਮਾਣੀ ਹੈ। ਪਰ ਉਹ ਗਏ ਸਿੱਖ ਸੁੱਖ, ਇਸ ਲਈ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਹੋ ਗਏ। 80% ਸਿੱਖ ਘੱਟ ਤੋਂ ਘੱਟ ਬੇਈਮਾਨੀ ਦੇ ਕਮਾਈ ਖਾ ਰਹੇ ਹਨ। ਅਤੇ ਸੁੱਖ ਕਿੱਥੋਂ ਮਿਲਣਾ ਜਦੋਂ ਅਸੀਂ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਹੈਗੀ। ਪਹਿਲੇ ਸੁੱਖ ਮਿਲਿਆ ਕਰਦਾ। ਗੁਰੂ ਦੀ ਗੱਲ ਮੰਨਣ ਵਾਲੇ ਹੀ ਜਦੋਂ ਸਿੱਖ ਗੁਰੂ ਦੀ ਗੱਲ ਮੰਨਦੇ ਸਨ ਉਦੋਂ ਹੀ ਸੁਖੀ ਸਨ। ਅੱਜ ਦਾ ਸਿੱਖ ਦੁਖੀ ਹੈ, ਇਹ ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਇਹ ਪਹਿਲੀ ਗੱਲ ਹੀ ਨਹੀਂ ਮੰਨਦਾ। ਲੈ ਕਿਰਤ ਕਰੋ, ਇਹ ਨਹੀਂ ਮੰਨਦਾ। ਹੋਰ ਤੇਰੇ ਕੀ ਸੁਆਹ ਮੰਨਣੀਆਂ, ਇਹ ਕਿਰਤ ਹੀ ਨਹੀਂ ਕਰਦਾ। ਜਿੱਥੇ ਵੀ ਕੋਈ ਬੈਠਾ ਠੱਗੀ ਠੋਰੀ ਸਭ ਪਾਸੇ ਲੱਗਾ ਹੋਇਆ ਹੈ। ਦੂਜਾ ਜਿਹੜਾ ਗੁਰੂ ਮਾਰਗ ਨਸ਼ਾ ਕੋਈ ਨਹੀਂ ਕਰਨਾ। 80% ਪੰਜਾਬ ਦੇ ਲੋਕ ਨਸ਼ਾ ਕਰਦੇ, ਸੁਖੀ ਕਿੱਥੋਂ ਸੁਆਹ ਹੋ ਜਾਣਗੇ, ਇਹਨਾਂ ਦੁਖੀ ਰਹਿਣਾ। ਇਸ ਲਈ ਅੱਜ ਦਾ ਮਨੁੱਖ ਨਹੀਂ ਸੁਖੀ ਹੋ ਸਕਦਾ। ਇਹ ਗੁਰੂ ਮਹਾਰਾਜ ਦੀ 2-3 ਗੱਲਾਂ ਉਹਨੂੰ ਨਹੀਂ ਮੰਨਦਾ ਹੈਗਾ। 3 ਵੱਡੀਆਂ ਗੱਲਾਂ ਗੁਰੂ ਮਹਾਰਾਜ ਕਹਿੰਦੇ ਮੰਨਣ ਨੇ। ਇੱਕ ਤਾਂ 10 ਦੀ ਕਿਰਤ ਕਰਨੀ ਹੈ।
ਕੋਈ ਹਰਾਮ ਦੀ ਕਮਾਈ ਦੇ ਇੱਕ ਨਵਾਂ ਪੈਸਾ ਵੀ ਨਹੀਂ ਹੋਣਾ ਚਾਹੀਦਾ। ਦੂਸਰਾ, ਕੋਈ ਨਸ਼ਾ ਨਹੀਂ ਕਰਨਾ, ਨਾ ਸ਼ਰਾਬ, ਨਾ ਫੀਮ, ਨਾ ਜਰਦਾ, ਨਾ ਭੁੱਕੀ, ਕੁਛ ਵੀ ਨਹੀਂ, ਕੋਈ ਨਸ਼ਾ ਨਹੀਂ ਕਰਨਾ। ਤੀਜਾ, ਕੋਈ ਬਦਫੈਲੀ ਨਹੀਂ ਕਰਨੀ। ਲੈ 3 ਗੱਲਾਂ ਤੇ ਸਿੱਖ ਪਹਿਰਾ ਦੇਣ, ਬੱਲੇ 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 ਹੋ ਜਾਏਗੀ ਸੰਸਾਰ ਜਿਹਨਾਂ ਦੀ। ਕੋਈ ਵੀ ਦੇ ਲੈ ਪਹਿਰਾ ਇਸ 'ਤੇ, ਉਹ ਤਿੰਨਾਂ ਪਾਸੇ ਗਿਰਾਵਟ ਦਿਨੋਂ ਦਿਨ ਆ ਰਹੀ ਹੈ। ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਵੱਧ ਰਹੇ ਹਨ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਮਨੁੱਖਾ ਜੀਵਨ ਜਿਹੜਾ ਹੈ ਨਾ, ਇਹ ਮਾਇਆ ਦੇ ਪਿਆਰ ਕਾਰਨ ਵਿਅਰਥ ਜਾ ਰਿਹਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ। ਇਹ ਮਨੁੱਖ ਨਾ ਕੋਈ ਜਪ ਕਰਦਾ ਹੈ, ਨਾ ਕੋਈ ਤਪ ਕਰਦਾ ਹੈ। ਸੰਜਮ ਹੁੰਦਾ ਹੈ ਇੰਦਰੀਆਂ 'ਤੇ ਕੰਟਰੋਲ ਕਰਨ ਦਾ ਸਾਧਨ। ਨਾ ਕੋਈ ਸਾਧਨ ਵਰਤਦਾ ਹੈ, ਨਾ ਕੋਈ ਧਰਮ ਦੀ ਕਮਾਈ ਕਰਦਾ ਹੈ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੇ ਪਰਮਾਤਮਾ, ਨਾ ਇਹ ਤੇਰੇ ਸਾਧੂ ਦੀ ਸੇਵਾ ਕਰਨੀ ਜਾਣਦਾ ਹੈ, ਨਾ ਗੁਰੂ ਦੀ ਸੇਵਾ ਕਰਦਾ ਹੈ, ਨਾ ਕਿਸੇ ਸਾਧੂ ਦੀ ਸੇਵਾ ਕਰਦਾ ਹੈ, ਨਾ ਜਪ ਕਰਦਾ ਹੈ, ਨਾ ਤਪ ਕਰਦਾ ਹੈ, ਨਾ ਆਪਣਾ 'ਤੇ ਕੰਟਰੋਲ ਕਰਦਾ, ਨਾ ਕੋਈ ਧਰਮ ਦੀ ਕਮਾਈ ਕਰਦਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਅਸਲ ਤਾਂ ਉਚਾਰਨ ਕਰਮਾ ਹੈ। ਆਰੰਤ ਟਿੱਪੀ ਐਸੀ ਲਾਈ ਹੈ ਕਿ ਜਿਹੜੇ ਨੇ ਮਾਤਰਾਵਾਂ ਦਾ ਤੋਲ ਬਰਾਬਰ ਰੱਖਣ ਕਰਕੇ ਟਿੱਪੀ ਲਾਈ ਹੈ। ਸ਼ਬਦ ਤਾਂ ਕਰਮ ਹੀ ਹੈ। ਜਿਵੇਂ ਕਿਤੇ ਥਾਂ ਆਨੰਦ ਲਿਖਿਆ, ਗੁਰੂ ਮਹਾਰਾਜ ਨੇ ਟਿੱਪੀ ਲਾ ਕੇ, ਕਿਤੇ ਆੜਾ ਨੰਨਾ ਦਦਾ ਆਨੰਦ ਲਿਖਿਆ ਹੋਇਆ ਹੈ, ਕਿਤੇ ਆਨੰਦ ਲਿਖਿਆ ਹੈ, ਕਿਤੇ ਆਨੰਦ ਲਿਖਿਆ ਹੈ। ਸਿਰਫ ਮਾਤਰਾਵਾਂ ਨੂੰ ਦਾ ਤੋਲ ਠੀਕ ਕਰਨ ਲਈ ਹੈ। ਅਸਲ ਸ਼ਬਦ ਹੈ ਆਨੰਦ। ਇਸੇ ਤਰ੍ਹਾਂ ਇਹ ਅਸਲ ਸ਼ਬਦ ਹੈ ਕਰਮ। ਇਹ ਤਾਂ ਮਾਤਰਾਵਾਂ ਦਾ ਤੋਲ ਬਰਾਬਰ ਕਰਨ ਲਈ ਉੱਤੇ ਟਿੱਪੀ ਲਾਈ ਹੋਈ ਹੈ। ਉਂਝ ਅਸਲ ਉਚਾਰਨ ਹੈ ਕਰਮ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮ। ਸ਼ਰਮਾ ਹੁੰਦੀ ਇੱਜ਼ਤ। ਹੇ ਪਰਮਾਤਮਾ, ਅਸੀਂ ਤਾਂ ਨੀਚ ਕਰਮੀ ਹਾਂ, ਅਸੀਂ ਤਾਂ ਘਟੀਆ ਕਰਮ ਕਰਨ ਵਾਲੇ ਹਾਂ। ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ, ਹੁਣ ਸਾਡੀ ਲਾਜ ਰੱਖੋ। ਸ਼ਰਨ ਪਰੇ ਕੀ ਰੱਖੋ ਸ਼ਰਮਾ। ਸ਼ਰਮਾ ਹੁੰਦਾ ਲਾਜ, ਇੱਜ਼ਤ, ਪੈਜ ਜਿਹਨੂੰ ਕਹਿੰਦੇ। ਹੁਣ ਸਾਡੀ ਇੱਜ਼ਤ ਰੱਖੋ, ਸਾਡੀ ਲਾਜ ਰੱਖੋ, ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਬਾਣੀ ਦਾ ਨਾਮ ਹੈ ਸੋਹਿਲਾ, ਰਾਗ ਦਾ ਨਾਂ ਹੈ ਗੌੜੀ ਦੀਪਕੀ। ਮਹਿਲਾ ਪਹਿਲਾ ਦਾ ਮਤਲਬ ਗੁਰੂ ਨਾਨਕ ਦੇਵ ਦੀ ਬਾਣੀ। ਸੋਹਿਲਾ ਬਾਣੀ ਦਾ ਨਾਮ ਹੈ, ਜਿਵੇਂ ਸੁਖਨੀ ਸਾਹਿਬ, ਆਨੰਦ ਸਾਹਿਬ, ਜਪਜੀ ਸਾਹਿਬ, ਇਸ ਤਰ੍ਹਾਂ ਇਹ ਬਾਣੀ ਦਾ ਨਾਮ ਹੈ ਸੋਹਿਲਾ। ਇਹ ਜਿਹੜਾ ਆਪਾਂ ਕਹਿੰਦੇ ਸੋਹਿਲਾ ਸਾਹਿਬ, ਉਹ ਤਾਂ ਸਾਹਿਬ ਦਾ ਸਤਿਕਾਰ ਵਜੋਂ ਲਾ ਲੈਣਾ ਆਪਾਂ। ਜਿਵੇਂ ਜਪਜੀ ਸਾਹਿਬ, ਉਹ ਸਤਿਕਾਰ ਜੀ ਅਤੇ ਸਾਹਿਬ ਸਤਿਕਾਰ ਵਜੋਂ ਲਾਏ ਨੇ। ਨਾਮ ਤੇ ਜਪ ਹੈ, ਉਹਦੇ ਨਾਲ ਜੀ ਲਾਤਾ। ਹੌਲੀ ਹੌਲੀ ਬਹੁਤ ਸਮਾਂ ਬੀਤਣ 'ਤੇ ਲੋਕਾਂ ਨੂੰ ਅੱਗੇ ਇਹਦਾ ਨਾਂ ਜਪਜੀ ਹੈ, ਨਾਲ ਅਗਲੇ ਹੋਏ ਇੱਕ ਸਾਹਿਬ ਲਾਤਾ ਵੀ ਇਹ ਤਾਂ ਜਪਜੀ ਦਾ ਨਾਮ ਹੈ, ਇਹਦੇ ਨਾਲ ਕੋਈ ਲਾਉਣਾ ਸਤਿਕਾਰ ਵਜੋਂ, ਇੱਕ ਸਾਹਿਬ ਨਾਲ ਲਾਤਾ। ਨਾਮ ਤੇ ਜਪ ਹੈ, ਜਿਵੇਂ ਨਾਮ ਤੇ ਜਾਪ ਹੈ, ਬਾਣੀ ਦਾ ਨਾਮ ਹੈ ਜਾਪ, ਆਪਾਂ ਸਾਹਿਬ ਸਤਿਕਾਰ ਵਜੋਂ ਨਾਲ ਲਾਉਣੇ। ਸੋ ਬਾਣੀ ਦਾ ਨਾਮ ਹੈ ਸੋਹਿਲਾ, ਰਾਗ ਦਾ ਨਾਮ ਹੈ ਗੌੜੀ ਦੀਪਕੀ। ਮਹਿਲਾ ਪਹਿਲਾ ਦਾ ਮਤਲਬ ਗੁਰੂ ਨਾਨਕ ਦੇਵ ਦੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਦਾ ਮਤਲਬ ਪਰਮਾਤਮਾ, ਸਤਿਗੁਰ ਪ੍ਰਸਾਦ ਵਿੱਚ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਗੁਰੂ ਦੀ ਕਿਰਪਾ ਕਿਸ 'ਤੇ ਹੋਵੇਗੀ? ਜਿਹੜਾ ਗੁਰੂ ਵਾਲਾ ਹੋਏਗਾ। ਗੁਰੂ ਦੀ ਕਿਰਪਾ ਕਿਸ 'ਤੇ ਹੋਏਗੀ? ਜਿਹੜਾ ਗੁਰੂ ਵਾਲਾ ਹੋਏਗਾ। ਹੁਣ ਜਿਵੇਂ ਅਸੀਂ ਟੀਚਰ ਰਹੇ ਹਾਂ, ਸਾਨੂੰ ਆਪਣੇ ਵਿਦਿਆਰਥੀ ਪਿਆਰੇ ਸਨ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ। ਮੰਨ ਲਓ ਸਾਡਾ ਵਿਦਿਆਰਥੀ ਜੇ ਕਿਸੇ ਦੂਜੇ ਸਕੂਲ ਦਾ ਵਿਦਿਆਰਥੀ ਆਪਸ 'ਚ ਲੜ ਰਹੇ ਨੇ, ਤਾਂ ਅਸੀਂ ਆਪਣੇ ਵਿਦਿਆਰਥੀ ਦੀ ਸਪੋਰਟ ਕਰਦੇ ਸੀ, ਅਤੇ ਸਾਡੇ ਵਿਦਿਆਰਥੀ ਹੁੰਦਾ ਸੀ ਵੀ ਸਾਰਾ ਆ ਕੇ ਬਸ ਹੁਣ ਨਹੀਂ ਮੈਨੂੰ ਕੋਈ ਪਰਵਾਹ।
ਇਸ ਤਰ੍ਹਾਂ ਜਦੋਂ ਅਸੀਂ ਗੁਰੂ ਵਾਲੇ ਹੋਵਾਂਗੇ ਤਾਂ ਹੀ ਗੁਰੂ ਸਾਡੀ ਜਿਹੜੀ ਰੱਖਿਆ ਕਰੇਗਾ ਨਾ, ਸਾਡਾ ਖਿਆਲ ਰੱਖੇਗਾ ਕਿ ਹਾਂ ਭਈ ਇਹ ਮੇਰਾ ਚੇਲਾ ਹੈ, ਮੇਰਾ ਸਿੱਖ ਹੈ। ਸੋ ਗੁਰ ਪ੍ਰਸਾਦ ਵੀ ਗੁਰੂ ਦੇ ਸਿੱਖ 'ਤੇ ਹੀ ਹੁੰਦੀ ਜਦੋਂ ਹੁੰਦੀ ਹੈ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਰਹਾਉ ਨਿਤ ਨਿਤ ਜੀੜੇ ਸੰਭਾਲੀਨ, ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸ਼ੁਮਾਰ। ਇਹਨੂੰ ਪੜ੍ਹਨਾ ਸ਼ੁਮਾਰ, ਇਹ ਫਾਰਸੀ ਦਾ ਸ਼ਬਦ ਹੈ। ਸ਼ੁਮਾਰ ਦਾ ਮਤਲਬ ਗਿਣਤੀ। ਜਿਵੇਂ ਆਪਾਂ ਕਹਿੰਦੇ ਉੱਥੇ ਬੇਸ਼ੁਮਾਰ ਲੋਕ ਸਨ, ਅੱਜ ਕੱਲ੍ਹ ਤਾਂ ਕਹਿੰਦੇ ਉੱਥੇ ਅਣਗਿਣਤ ਲੋਕ ਸਨ। ਫਾਰਸੀ ਦਾ ਜੇ ਜ਼ੋਰ ਸੀ ਪੰਜਾਬ 'ਚ, ਉਦੋਂ ਕਹਿੰਦੇ ਬੇਸ਼ੁਮਾਰ ਲੋਕ ਸਨ। ਬੇ ਮੈਨੇ ਬਿਨਾਂ, ਸ਼ੁਮਾਰ ਮੈਨੇ ਗਿਣਤੀ, ਵੀ ਇੰਨੇ ਲੋਕ ਸਨ ਕਿ ਉਹਨਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਸੀ। ਅੱਜ ਕੱਲ੍ਹ ਕਹਿੰਦੇ ਉੱਥੇ ਜੀ ਅਣਗਿਣਤ ਲੋਕ ਸਨ, ਅਣਗਿਣਤ ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ। ਸ਼ੁਮਾਰ ਮੈਨੇ ਗਿਣਤੀ, ਤਿਸ ਦਾਤੇ ਕਵਨ ਸ਼ੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਖੈਰ ਕਰੇ ਨੂੰ 99% ਪਾਠੀ ਪਹੁੰਚਾ ਪੜ੍ਹਦੇ ਨੇ। ਇੱਥੇ ਮੈਂ ਸੰਥਿਆ ਦਿਨ ਮੱਥਾ ਮਾਰਦਾ ਰਹਿਣਾ, ਫਿਰ ਵੀ ਜਦੋਂ ਸ਼ਾਮ ਨੂੰ ਕਰ ਰਹੇ ਹੁੰਦੇ ਫਿਰ ਕਹਿੰਦੇ ਪਹੁੰਚਾ, ਫਿਰ ਪਹੁੰਚਾ ਬੋਲ ਦਿੰਦੇ ਨੇ। ਇਹ ਸ਼ਬਦ ਹੈ ਪਹੁੰਚਾ, ਅਸਲ ਸ਼ਬਦ ਹੈ ਪਹੁੰਚਾ। ਅਸਲ ਸ਼ਬਦ ਹੈ ਹਾਹੇ ਨੂੰ ਹੋੜਾ ਲਾ ਕੇ। ਪਹੁੰਚਾ ਹੁੰਦਾ ਸੁਨੇਹਾ ਦੇਣਾ। ਪਹਿਲਾਂ ਪਿੰਡਾਂ 'ਚ ਜਿਹੜੀਆਂ ਲਾਗੀ ਹੁੰਦੇ ਸਨ, ਉਹ ਜਾ ਕੇ ਸੁਨੇਹਾ ਘਰ ਘਰ ਦਿੰਦੇ ਸਨ ਵੀ ਫਲਾਣੇ ਦੇ ਘਰ ਇਸ ਤਰ੍ਹਾਂ ਜੀ, ਤੁਸੀਂ ਆਇਓ ਜੀ। ਉਹ ਪਹੁੰਚਾ ਹੁੰਦਾ ਸੀ, ਉਸ ਤੋਂ ਬਣਿਆ ਪਹੁੰਚਾ। ਇਹਨੂੰ ਪਹੁੰਚਾ ਨਹੀਂ ਟਿੱਪੀ ਲਾ ਕੇ ਨਹੀਂ ਪੜ੍ਹਨਾ। ਪਹੁੰਚਾ ਦਾ ਮਤਲਬ ਸੁਨੇਹਾ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਜੈ ਹੁੰਦਾ ਜਿਸ, ਘਰ ਰਾਰਣ ਸੈਲੇ ਘਰ ਵਿੱਚ। ਕੀਰਤ ਇਸਤਰੀ ਲਿੰਗ ਹੋਣ ਕਰਕੇ ਤੱਤੇ ਨੂੰ ਸਿਹਾਰੀ ਹੈ। ਕੀਰਤੀ ਹਿੰਦੀ ਵਾਲੇ ਕਹਿੰਦੇ ਕੀਰਤੀ, ਸਪੈਲਿੰਗ ਉਹੀ ਪਾਏ ਨੇ, ਪਰ ਗੁਰਬਾਣੀ ਦੇ ਨਿਯਮਾਂ ਅਨੁਸਾਰ ਅਖੀਰਲੇ ਤੱਤੇ ਨੂੰ ਸਿਹਾਰੀ ਨਹੀਂ ਬੋਲਦੀ, ਇਸ ਲਈ ਆਪਾਂ ਪੜ੍ਹਨਾ ਇਸ ਨੂੰ ਕੀਰਤ ਹੈ। ਕੀਰਤੀ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਜਿਸ ਘਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਹੀ ਜਾਂਦੀ ਹੈ, ਕੀਰਤ ਹੁੰਦੀ ਸਿਫਤ ਸਲਾਹ। ਕਰਤੇ ਕਾ ਹੋਏ ਵਿਚਾਰੋ, ਅਤੇ ਪਰਮਾਤਮਾ ਦੀ ਸਿਫਤ ਸਲਾਹ ਦਾ ਵਿਚਾਰ ਹੁੰਦਾ। ਜਿੱਥੇ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ, ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਦੀ ਵਿਚਾਰ ਹੋ ਰਹੀ ਹੈ, ਗੁਣਾਂ ਦੀ ਵਿਚਾਰ ਹੋ ਰਹੀ ਹੈ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰ। ਹੇ ਪਰਮਾਤਮਾ ਦੇ ਬਣਾਏ ਹੋਏ ਸਿਰਜਨਹਾਰ ਦੇ, ਹੇ ਇਨਸਾਨ, ਉਸ ਘਰ 'ਚ ਬੈਠ ਕੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਗਾਓ। ਸੋਹਿਲਾ ਹੁੰਦਾ ਸਿਫਤ ਸਲਾਹ ਦਾ ਗੀਤ। ਤਿਤ ਕਰ ਗਾਵੋ ਸੋਹਿਲਾ, ਉਸ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਓ। ਸਿਵਰਿਓ ਸਿਰਜਣਾ, ਸਿਵਰਿਓ ਦਾ ਮਤਲਬ ਸਿਮਰੋ, ਜਿਹਨੂੰ ਆਪਾਂ ਕਹਿੰਦੇ। ਸਿਵਰਿਓ ਸਿਰਜਨਹਾਰੋ, ਸਿਰਜਨਹਾਰ ਪਰਮਾਤਮਾ ਨੂੰ ਕਹਿੰਦੇ ਨੇ, ਜਿਹਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ। ਅਤੇ ਜੋ ਸਿਰਜਨਹਾਰ ਹੈ ਉਹਦਾ ਸਿਮਰਨ ਕਰੋ, ਉਹਦੇ ਸਿਫਤ ਦੇ ਗੀਤ ਗਾਓ। ਜਿੱਥੇ ਗੀਤ ਗਾਏ ਜਾ ਰਹੇ ਨਾ, ਤੁਸੀਂ ਵੀ ਕਿਤੇ ਉੱਥੇ ਜਾਓ ਅਤੇ ਉੱਥੇ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਓ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਪਰਮਾਤਮਾ ਹੈਗਾ ਨਿਰਭਉ। ਪਰਮਾਤਮਾ ਜੋ ਨਿਰਭਉ ਹੈ, ਉਸ ਦਾ ਕਹਿੰਦੇ ਸਿਫਤ ਸਲਾਹ ਦਾ ਤੁਸੀਂ ਗੀਤ ਗਾਓ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ,
ਮੇਰੇ ਨਿਰਭਉ ਦੇ ਜਿਹੜਾ ਸਿਫਤ ਸਲਾਹ ਦਾ ਗੀਤ ਤੁਸੀਂ ਕਹਿੰਦੇ ਗਾਓ। ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਮੈਂ ਉਸ ਸੋਹਿਲੇ ਤੋਂ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਲਿਹਾਰ ਜਾਂਦਾ ਹਾਂ, ਸਦਾ ਸੁਖ ਹੋਏ, ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮੈਂ ਉਸ ਸੋਹਿਲੇ ਤੋਂ ਜਿਸ ਨੂੰ ਗਾ ਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ, ਕਹਿੰਦੇ ਮੈਂ ਉਸ ਸੋਹਿਲੇ ਤੋਂ ਬਲਿਹਾਰ ਜਾਂਦਾ ਹਾਂ, ਫਿਰਾ ਜਾਂਦਾ ਵੀ ਇਸ ਨੂੰ ਗਾ ਕੇ ਮੈਨੂੰ ਸੁਖ ਦੀ ਪ੍ਰਾਪਤੀ ਹੋਈ। ਸੋ ਜਿਹੜਾ ਹੈ ਬਾਣੀ ਗਾਉਣਾ ਜਿਹੜਾ ਹੈ ਇਹ ਸੁਖਦਾਈ ਹੈ। ਗੁਰਬਾਣੀ ਗਾਵੇਂ ਭਾਈ ਇਹ ਸਫਲ ਸਦਾ ਸੁਖਦਾਈ। ਹਾਂ ਕਹਿੰਦੇ ਆਓ ਬਾਣੀ ਗਾਈਏ, ਗੁਰਬਾਣੀ ਗਾਵੇਂ ਭਾਈ, ਆਓ ਭਾਈ ਗੁਰਬਾਣੀ ਗਾਈਏ। ਇਹ ਜ਼ਿੰਦਗੀ ਨੂੰ ਸਫਲਾ ਕਰਨ ਵਾਲੀ ਹੈ ਅਤੇ ਸੁਖ ਦੇਣ ਵਾਲੀ ਹੈ। ਅੱਗੇ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇਵਨਹਾਰ। ਉਹ ਪਰਮਾਤਮਾ ਜੋ ਦਾਤਾਂ ਦੇਣ ਵਾਲਾ ਹੈ, ਉਹ ਹਰ ਰੋਜ਼ ਭਾਵ ਹਮੇਸ਼ਾ, ਨਿਤ ਦਾ ਮਤਲਬ ਹਮੇਸ਼ਾ, ਉਹ ਹਮੇਸ਼ਾ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਉਹਨਾਂ ਦੀ ਫਿਰ ਦੇਖਭਾਲ ਕਰਦਾ ਹੈ। ਕਿਉਂ ਸੰਭਾਲ ਕਰਦਾ, ਕਿਉਂ ਦੇਖਭਾਲ ਕਰਦਾ? ਤੁਸੀਂ ਆਪਣੇ ਬੱਚੇ ਦੀ ਕਿਉਂ ਸੰਭਾਲ ਕਰਦੇ ਹੋ, ਕਿਉਂ ਦੇਖਭਾਲ ਕਰਦੇ ਹੋ? ਕਿਉਂਕਿ ਤੁਹਾਡੇ ਨੇ। ਆਪਣਿਆਂ ਦੀ ਕਰਦਾ, ਦੂਜਿਆਂ ਦੀ ਬੰਦਾ ਕਰੇ ਨਾ ਕਰੇ। ਆਪਣੇ ਬੱਚਿਆਂ ਦੀ ਦੇਖਭਾਲ ਸੰਭਾਲ ਤੁਸੀਂ ਇਸ ਲਈ ਕਰਦੇ ਕਿ ਤੁਹਾਡੇ ਨੇ। ਪਰਮਾਤਮਾ ਸਾਡੀ ਦੇਖਭਾਲ ਕਰਦਾ ਕਿ ਅਸੀਂ ਉਹਦੇ ਹਾਂ। ਜਦੋਂ ਉਹਨੇ ਸਾਨੂੰ ਬਣਾਇਆ ਤਾਂ ਫਿਰ ਦੇਖਭਾਲ ਵੀ ਤਾਂ ਉਹਨੇ ਕਰਨੀ ਹੈ। ਪਰ ਅਸੀਂ ਉਸ 'ਤੇ ਨਹੀਂ ਛੱਡਦੇ। ਅਸੀਂ ਆਪਣੀ ਦੇਖਭਾਲ ਦੀ ਜ਼ਿੰਮੇਵਾਰੀ ਆਪ ਲੈ ਲੈਂਦੇ ਹਾਂ। ਉਹ ਕਿ ਲੱਗਾ ਰਿਹਾ ਫਿਰ, ਹਾਂਜੀ ਲੱਗਾ ਰਿਹਾ। ਜੇ ਅਸੀਂ ਉਸ 'ਤੇ ਛੱਡ ਦਈਏ, ਆਪੇ ਸਾਂਭੇਗਾ ਸਾਨੂੰ, ਆਪਣੀ ਲੋੜ ਨੂੰ ਸਾਂਭੇਗਾ। ਵੀ ਤੂੰ ਪੈਦਾ ਕੀਤਾ, ਸਾਂਭ ਤੂੰ। ਦੂਜੇ ਨੂੰ ਕੋਈ ਠੇਕਾ ਤਾਂ ਨਹੀਂ ਲਿਆ। ਜਿਹਨੇ ਪੈਦਾ ਕੀਤੇ ਸਭ ਪਈ। ਹਾਂ ਉਹਨਾਂ ਦੇ ਬਈ ਸਾਂਭਣ ਵਾਲਾ ਕੋਈ ਨਹੀਂ, ਫਿਰ ਤਾਂ ਚਲੋ ਕੋਈ ਨਾ ਕੋਈ ਬੋੜ ਪੈਂਦਾ ਪਈ, ਇਹਨਾਂ ਦਾ ਕੋਈ ਹੈ ਹੀ ਨਹੀਂ। ਜਿਹਨੇ ਪੈਦਾ ਕਿਸੇ ਵਿਚਾਰੇ ਮਰ ਮੁਰ ਗਏ, ਹੁਣ ਇਹਨੂੰ ਸਾਂਭਣ ਵਾਲਾ ਕੋਈ ਹੈ ਨਹੀਂ। ਚਲੋ ਭਾਈ ਕੋਈ ਆਂਢੀ ਗੁਆਂਢੀ ਕੋਰ ਸੰਸਥਾ ਉਹਨੂੰ ਸਾਂਭਦੀ ਹੈ। ਅਤੇ ਪਰਮਾਤਮਾ ਤਾਂ ਜਿਉਂਦਾ, ਫਿਰ ਉਹਨੇ ਸਾਨੂੰ ਸਾਂਭਣਾ ਨਾ। ਹੁਣ ਉਹਨੇ ਸਿੱਧਾ ਤਾਂ ਸਾਨੂੰ ਸਾਂਭਣਾ ਨਹੀਂ, ਧਿਆਨ ਦੇਣਾ। ਉਹਨੇ ਹੁਣ ਜੰਮਦੇ ਸਾਰ ਦੁੱਧ ਦਾ ਪ੍ਰਬੰਧ ਕੀਤਾ, ਦੰਦ ਦੇ ਦਿੱਤੇ ਨਹੀਂ ਉਹਨੇ। ਜੇ ਤਾਂ ਜੰਮਦੇ ਸਾਰ ਦੰਦ ਦਿੰਦਾ ਤਾਂ ਫਿਰ ਜੰਮਦੇ ਸਾਰ ਅਸੀਂ ਕੋਈ ਫਲ ਖਾ ਸਕਦੇ ਸੀ। ਹੁਣ ਜੰਮਦੇ ਸਾਰ ਉਹਨੇ ਦੰਦ ਦਿੱਤੇ ਹੀ ਨਹੀਂ, ਇਸ ਲਈ ਉਹਨੇ ਦੁੱਧ ਦਾ ਪ੍ਰਬੰਧ ਕੀਤਾ। ਆਪ ਤਾਂ ਉਹਨੇ ਕੋਈ ਬੋਤਲਾਂ ਉੱਤੋਂ ਪਿਲਾਉਣ ਨਹੀਂ ਆਉਣਾ, ਸੁੱਟਣਾ ਨਹੀਂ ਹੈਗਾ। ਉਹਨੇ ਸਾਧਨ ਬਣਾਤਾ ਮਾਂ ਪਿਓ ਨੇ, ਵਿੱਚ ਲੈ ਤੁਸੀਂ ਪਿਲਾਓ। ਪਰਮਾਤਮਾ ਨੇ ਤਾਂ ਸਾਧਨ ਬਣਾਉਣਾ ਹੁੰਦਾ। ਜਿਵੇਂ ਤੁਹਾਨੂੰ ਅਮੀਰ ਕਰਨਾ ਹੈ, ਪਰਮਾਤਮਾ ਨੂੰ ਉੱਤੋਂ ਕੋਈ ਨੋਟ ਨਹੀਂ ਸੁੱਟਣੇ ਤੁਹਾਡੇ ਲਈ, ਕਿਤੇ ਕਹੋ ਹਾਂਜੀ ਉੱਤੋਂ ਕੋਈ ਥੈਲੇ ਡਿੱਗਣਗੇ, ਨਹੀਂ। ਉਹਨੇ ਤੁਹਾਨੂੰ ਅਮੀਰ ਕਰਨਾ, ਜਿਹੜਾ ਤੁਹਾਡਾ ਬਿਜ਼ਨਸ ਕੋਈ ਹੈ ਉਸ 'ਚ ਵਾਧਾ ਕਰ ਦੇਗਾ। ਜਾਂ ਬਾਈ ਚਾਂਸ ਤੁਸੀਂ ਲਾਟਰੀ ਪਾਤੀ, ਤੁਹਾਡੀ 1.5 ਕਰੋੜ ਦੀ ਲਾਟਰੀ ਨਿਕਲ ਆਈ, ਕਰ ਦੇਣਾ ਅਮੀਰ ਤੁਹਾਨੂੰ। ਪਰਮਾਤਮਾ ਉੱਤੋਂ ਕੁਝ ਨਹੀਂ ਸੁੱਟਿਆ ਕਰਦਾ। ਉਹਨੇ ਤਾਂ ਸਬੱਬ ਬਣਾਉਣਾ ਹੈ, ਉਹਨੇ ਤਾਂ ਸਾਧਨ ਬਣਾਉਣੇ ਹੁੰਦੇ ਨੇ। ਹਾਂ, ਉਹਨੇ ਸਹਾਇਤਾ ਕਰਨੀ ਹੈ ਤਾਂ ਉਹ ਫਿਰ ਕੋਈ ਨਾ ਕੋਈ ਸਬੱਬ ਤਾਂ ਬਣਾਵੇਗਾ ਨਾ। ਬਸ ਮਾਂ ਪਿਓ ਬੱਚੇ ਲਈ ਸਬੱਬ ਬਣਾ ਦਿੱਤਾ ਗਿਆ ਹੈ ਪਰਮਾਤਮਾ ਦਾ ਬੱਚਾ, ਪਾਲ ਵੀ ਪਰਮਾਤਮਾ ਰਿਹਾ, ਸਿਰਫ ਸਾਡੇ ਰਾਹੀਂ ਪਾਲ ਰਿਹਾ ਹੈ। ਬਸ ਇੰਨਾ ਹੀ ਫਰਕ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇਵਨਹਾਰ। ਉਹ ਪਰਮਾਤਮਾ ਜੋ ਦਾਤਾਂ ਦੇਣ ਵਾਲਾ ਹੈ, ਉਹ ਹਮੇਸ਼ਾ ਜੀਵਾਂ ਦੀ ਸੰਭਾਲ ਕਰਦਾ ਅਤੇ ਉਹਨਾਂ ਨੂੰ ਦੇਖੇਗਾ ਵੀ, ਕਿਉਂਕਿ ਦਾਤਾ ਦੇਣ ਵਾਲਾ ਤਾਂ ਉਹ ਹੈ। ਤੇਰੇ ਦਾਨੇ ਕੀਮਤ ਨਾ ਪਵੇ। ਹੇ ਪਰਮਾਤਮਾ, ਤੇਰੇ ਦਾਤਾਂ ਦੀ ਕੀਮਤ ਪਾ ਹੀ ਨਹੀਂ ਕੋਈ ਸਕਦਾ। ਤੇਰੇ ਦਾਨ ਦੀ, ਤੇਰੀਆਂ ਦਾਤਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਤਿਸ ਦਾਤੇ ਕਵਣ ਸ਼ੁਮਾਰ,
ਕਿਉਂਕਿ ਪਰਮਾਤਮਾ ਦੀ ਦਾਤਾਂ ਦੀ ਕੋਈ ਗਿਣਤੀ ਹੀ ਨਹੀਂ ਕਰ ਸਕਦਾ। ਉਹ ਤਾਂ ਇੰਨੀਆਂ ਦਾਤਾਂ ਨੇ, ਉਹਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਸ਼ੁਮਾਰ ਮੈਨੇ ਗਿਣਤੀ। ਇੱਥੇ ਦਾਤੇ ਦੀ ਗਿਣਤੀ ਨਹੀਂ ਕਰਨੀ, ਦਾਤੇ ਦੀਆਂ ਦਾਤਾਂ ਦੀ ਗਿਣਤੀ ਕਰਨੀ। ਉਹ ਚਾਹੇ ਨਾ ਤਿਸ ਦਾਤੇ ਕਬਨ ਸ਼ੁਮਾਰ, ਉਸ ਦਾਤੇ ਦਾ ਕੌਣ ਗਿਣਤੀ ਕਰ ਸਕਦਾ? ਭਾਵ ਦੀਆਂ ਦਾਤਾਂ ਦੀ ਕੌਣ ਗਿਣਤੀ ਕਰਦਾ? ਕੋਈ ਗਿਣਤੀ ਨਹੀਂ ਕਰ ਸਕਦਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ। ਸੰਬਤ, ਸੰਮਤ ਜਿਹਨੂੰ ਕਹਿੰਦੇ ਸਾਲ, ਇਹ ਸਾਲ ਜਿਹਨੂੰ ਕਹਿੰਦੇ, ਇਹਨੂੰ ਸੰਮਤ ਕਹਿੰਦੇ ਨੇ। ਅਤੇ ਅੱਜ ਜਿਹੜਾ ਗੁਰਬਾਣੀ ਜਿਹਨੂੰ ਬੱਬੇ ਨਾ ਵਰਤਿਆ ਸੰਬਤ, ਜਿਵੇਂ ਅੱਜ ਕੱਲ੍ਹ ਸੰਮਤ ਇੱਕ ਹੁੰਦਾ ਸਨ, ਸੱਸੇ ਟਿੱਪੇ ਨਾ ਸਨ, ਉਹ ਤਾਂ ਈਸਵੀ ਹੈ। ਉਹ ਤਾਂ ਈਸਾ ਮਸੀਹ ਦੇ ਜਨਮ ਤੋਂ ਜਿਹੜੇ ਸ਼ੁਰੂ ਹੋਇਆ 2020 ਸਨ ਹੈ ਜੀ। ਹੁਣ ਕੀ ਹੈ? 2020 ਸਨ ਹੈ। ਇੱਕ ਸੰਮਤ ਮੇਰਾ 2067 ਚੱਲ ਰਿਹਾ ਹੁਣ। ਪਤਾ ਹੁਣ ਕਿੰਨਾ ਕੁ ਜਿਹੜਾ ਹੈ, ਕਿਉਂਕਿ ਜਿਹੜਾ ਦੇਸੀ ਸਾਲ ਅਤੇ ਅੰਗਰੇਜ਼ੀ ਸਾਲ ਦੇ ਕੁਝ ਸਾਲਾਂ ਦਾ ਫਰਕ ਹੁੰਦਾ ਇਹਦੇ ਵਿੱਚ। ਹਾਂਜੀ, ਸੋ ਜਿਹੜੇ ਆਪਾਂ ਜਿਹਨੂੰ ਆਪਾਂ ਦੇਸੀ ਸਾਲ ਕਹਿੰਦੇ ਹਾਂ, ਇਹਨੂੰ ਸੰਮਤ ਕਹਿੰਦੇ ਨੇ। ਸਾਲ ਵੀ ਲਿਖਿਆ, ਸਾਹਾ ਹੁੰਦਾ ਦਿਨ, ਦਿਨ ਵੀ ਲਿਖਿਆ ਵੀ ਇਸ ਮਨੁੱਖ ਨੇ ਕਦੋਂ ਇਸ ਸੰਸਾਰ ਤੋਂ ਜਾਣਾ, ਕਦੋਂ ਇਸਨੇ ਮਰਨਾ, ਉਹ ਸਾਲ ਅਤੇ ਦਿਨ ਲਿਖਿਆ ਹੋਇਆ ਹੈ। ਕਹਿੰਦੇ ਹੁਣ ਉਹ ਆ ਗਿਆ ਸਮਾਂ, ਮਿਲ ਕਰ ਪਾਵੋ ਤੇਲ। ਅਤੇ ਹੁਣ ਮਿਲ ਕੇ ਸਾਰੇ ਜਿਹੜੇ ਨੇ, ਜਿਵੇਂ ਆਪਾਂ ਧੀ ਭੈਣ ਨੂੰ ਤੋਰਦੇ ਹਾਂ ਨਾ, ਅਤੇ ਉਹਦੇ ਸਿਰ 'ਚ ਤੇਲ ਤੋਂ ਲਾਇਆ ਕਰਦੇ ਸਨ। ਹਾਂਜੀ, ਮੰਗ ਕੀ ਪਤਾ ਨਹੀਂ ਕੀ ਪਾਉਣਾ ਉਹਨੂੰ ਕਹਿੰਦੇ ਸੀ, ਅਤੇ ਉਹ ਉਹਦਾ ਸਿਰ ਧੋਂਦੇ ਸਨ, ਸਿਰ 'ਚ ਤੇਲ ਲਾਉਂਦੇ ਸਨ, ਤਿਆਰੀ ਕਰਦੇ ਸਨ ਵੀ ਹਾਂ ਇਹਨੇ ਹੁਣ ਵਿਆਹ ਜਾਣਾ, ਇਹ ਘਰ ਛੱਡ ਕੇ ਜਾਣਾ, ਵੀ ਹੁਣ ਇਹਨੇ ਪੇਕੇ ਘਰ ਛੱਡ ਕੇ ਜਾਣਾ। ਸੋ ਇਸ ਲਈ ਕਹਿੰਦੇ ਹੁਣ ਜਿਹੜਾ ਇਸ ਸੰਸਾਰ ਤੋਂ ਜਾਣ ਦਾ ਸਾਲ ਆ ਗਿਆ, ਦਿਨ ਆ ਗਿਆ। ਹੇ ਸਾਧ ਸੰਗਿਓ, ਮਿਲ ਕੇ ਮੇਰੇ ਸਿਰ 'ਚ ਤੇਲ ਪਾਓ, ਭਾਵ ਮੈਂ ਹੁਣ ਤਿਆਰੀ ਕਰਨੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਹੇ ਸੱਜਣੋ, ਹੇ ਸਤ ਸੰਗਿਓ, ਮੈਨੂੰ ਅਸੀਸਾਂ ਦਿਓ ਤਾਂ ਜੋ ਮੇਰਾ ਪਰਮਾਤਮਾ ਨਾਲ ਮੇਲ ਹੋ ਜਾਵੇ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਘਰ ਘਰ ਜੀ ਸੁਨੇਹਾ ਆ ਰਿਹਾ ਮੌਤ ਦਾ। ਹਾਂਜੀ, ਚਲੋ ਜੀ ਤੂੰ ਵੀ ਚੱਲ ਬਈ ਸੱਜਣਾ, ਤੂੰ ਵੀ ਚੱਲ ਬਈ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਕਹਿੰਦੇ ਹਰ ਰੋਜ਼ ਸੁਨੇਹੇ ਆ ਰਹੇ ਨੇ, ਹਰ ਰੋਜ਼ ਸੁਨੇਹਾ ਘਰ ਘਰ ਆ ਰਿਹਾ ਹੈ ਮੌਤਾਂ ਦਾ। ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਸੱਦਣ ਹਾਰਾ, ਜਿਹੜਾ ਸਾਨੂੰ ਸੱਦਣ ਵਾਲਾ ਪਰਮਾਤਮਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਸਾਡੇ 'ਤੇ ਉਹ ਦਿਨ ਆਉਣ ਵਾਲੇ ਨੇ। ਜਦੋਂ ਸਾਨੂੰ ਵੀ ਸੱਦਾ ਆ ਜਾਣਾ ਹੈ, ਉਹ ਦਿਨ ਆਉਣ ਹੀ ਵਾਲੇ ਨੇ। ਕਹਿੰਦੇ ਇਸ ਲਈ ਜਿਹੜਾ ਸੱਦਣ ਵਾਲਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਕੀ ਪਤਾ ਕਦੋਂ ਕਹਿੰਦੇ ਸੱਦਾ ਆ ਜਾਏ। ਰਾਗ ਆਸਾ ਮਹਿਲਾ ਪਹਿਲਾ। ਰਾਗ ਦਾ ਨਾਂ ਹੈ ਆਸਾ। ਜਿਵੇਂ ਪਹਿਲਾਂ ਰਾਗ ਦਾ ਨਾਂ ਸੀ ਗੌੜੀ ਦੀਪਕੀ, ਹੁਣ ਹੈ ਰਾਗ ਦਾ ਨਾਂ ਆਸਾ। ਬਾਣੀ ਗੁਰੂ ਨਾਨਕ ਦੇਵ ਜੀ ਦੀ ਹੀ ਹੈ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਰਹਾਉ ਵਿਸਵੇ ਚਸੀਆਂ ਘੜੀਆਂ ਪਹਿਰਾਂ, ਥਿੱਤੀ ਤੱਤੇ ਨੂੰ ਬਿਹਾਰੀ ਬਿੰਦੀ, ਥਿੱਤੀ ਵਾਰੀ ਰਾਰਿਣ ਬਿਹਾਰੀ ਬਿੰਦੀ। ਮਾਹ ਹੋਆ, ਹੁਣ ਮਾਹ ਇੱਕ ਵਚਨ ਬਣਾਇਆ ਹੈ ਹਾਹੇ ਨੂੰ ਔਂਕੜ ਲਾ ਕੇ। ਇਹਨੂੰ ਮਾਹੋ ਨਹੀਂ ਪੜ੍ਹਨਾ, ਇਸ ਨੂੰ ਮਾਹੋ ਨਹੀਂ ਪੜ੍ਹਨਾ। ਮਾਹ ਫਾਰਸੀ ਦਾ ਸ਼ਬਦ ਹੈ, ਜਿਹਦਾ ਅਰਥ ਹੈ ਮਹੀਨਾ। ਮਹੀਨਾ ਪੁਲਿੰਗ ਹੈ ਅਤੇ ਇੱਕ ਵਚਨ ਹੈ, ਇਸ ਲਈ ਹਾਹੇ ਨੂੰ ਔਂਕੜ ਲੱਗਾ। ਹਾਹੇ ਨੂੰ ਔਂਕੜ ਬੋਲਣ ਲਈ ਨਹੀਂ ਹੈ, ਕਿਉਂਕਿ ਇਹਦਾ ਨਾਮ ਹੈ। ਨਾਮ ਪੜਨਾਮ ਅਤੇ ਵਿਸ਼ੇਸ਼ਣ ਦੇ ਨਾਲ ਹਾਹੇ ਨੂੰ ਔਂਕੜ ਜਾਂ ਸਿਹਾਰੀ ਨਹੀਂ ਬੋਲਦੇ, ਇਸ ਲਈ ਇਹਨੂੰ ਮਾਹੋ ਨਹੀਂ ਪੜ੍ਹਨਾ।
ਮਾਹ ਹੈ, ਕਿਉਂਕਿ ਵਿਸੂਏ ਇਹ ਵੀ ਬਹੁਵਚਨ ਹੈ, ਚਸਿਆਂ ਇਹ ਵੀ ਬਹੁਵਚਨ ਹੈ, ਘੜੀਆਂ ਇਹ ਵੀ ਬਹੁਵਚਨ ਹੈ, ਪਹਿਰਾਂ ਇਹ ਵੀ ਬਹੁਵਚਨ ਹੈ, ਥਿਤੀ ਇਹ ਵੀ ਬਹੁਵਚਨ ਹੈ, ਵਾਰੀ ਇਹ ਵੀ ਬਹੁਵਚਨ ਹੈ। ਮਾਹ ਮਾਹ ਮਹੀਨਾ ਇੱਕ ਵਚਨ ਹੈ ਤੇ ਇਸ ਲਈ ਹਾਹੇ ਨੌਕਰ ਲੱਗਾ। ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। 6 ਕਰ 6 ਸ਼ਾਸਤਰ ਹਿੰਦੂਆਂ ਦੇ ਮੰਨੇ ਗਏ ਨੇ, 6 ਗੁਰ, ਉਹਨਾਂ ਲਿਖਾਰੀ ਵੀ 6 ਨੇ, ਹਰ ਇੱਕ ਲਿਖਾਰੀ ਨੇ ਇੱਕ ਇੱਕ ਸ਼ਾਸਤਰ ਲਿਖਿਆ ਹੋਇਆ ਹੈ। 6 ਸ਼ਾਸਤਰ ਨੇ, 6 ਗੁਰ, 6 ਉਹਨਾਂ ਦੇ ਲਿਖਾਰੀ ਨੇ, 6 ਉਪਦੇਸ਼ ਅਤੇ 6 ਪ੍ਰਕਾਰ ਦੇ ਉਹਨਾਂ 'ਚ ਉਪਦੇਸ਼ ਦਿੱਤਾ ਹੋਇਆ, ਕਿਉਂਕਿ ਹਰ ਲਿਖਾਰੀ ਦੇ ਵਿਚਾਰ ਅੱਡ ਅੱਡ ਹੁੰਦੇ ਹਨ। ਸਿਰਫ ਬ੍ਰਹਮ ਗਿਆਨੀ ਦੇ ਵਿਚਾਰ ਇੱਕੋ ਜਿਹੇ ਹੁੰਦੇ ਨੇ। 35 ਬ੍ਰਹਮ ਗਿਆਨੀਆਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, 35 ਦੇ 35 ਦੇ ਵਿਚਾਰ ਇੱਕੋ ਜਿਹੇ ਨੇ। ਜਦ ਕਿਉਂਕਿ ਬ੍ਰਹਮ ਗਿਆਨੀ ਹੋ ਗਿਆ, ਉਹਨਾਂ ਗਿਆਨ ਹੀ ਰੱਬੀ ਹੋ ਗਿਆ, ਅਤੇ ਰੱਬੀ ਗਿਆਨ 'ਚ ਇੱਕੋ ਹੀ ਹੁੰਦਾ, ਇਸ ਲਈ ਉੱਥੇ ਵਖਰੇਵਾਂ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਸਾਨੂੰ ਰੱਬੀ ਗਿਆਨ ਨਹੀਂ, ਤੁਹਾਡੇ ਵਿਚਾਰ ਹੋਰ ਹੋਣਗੇ, ਮੇਰੇ ਹੋਰ ਹੋਣਗੇ, ਦੂਜੇ ਦੇ ਹੋਰ ਹੋਣਗੇ, ਤੀਜੇ ਦੇ ਹੋਰ ਹੋਣਗੇ। ਜਦੋਂ ਬ੍ਰਹਮ ਗਿਆਨ ਹੋ ਜਾਏਗਾ, ਫਿਰ ਸਾਰੇ ਦੇ ਇੱਕੋ ਹੀ ਵਿਚਾਰ ਹੁੰਦੇ ਨੇ, ਫਿਰ ਉਹ ਵਿਚਾਰਾਂ ਦਾ ਮੇਲ ਹੋ ਜਾਂਦਾ ਹੈ। ਇਸ ਲਈ ਬ੍ਰਹਮ ਗਿਆਨੀ ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਉਹਨਾਂ 'ਚ ਧਰਮਾਂ ਦਾ ਵਖਰੇਵਾਂ ਨਹੀਂ ਰਹਿੰਦਾ, ਸਾਡੇ 'ਚ ਰਹਿੰਦਾ ਹੈ, ਕਿਉਂਕਿ ਅਜੇ ਸਾਡਾ ਲੈਵਲ ਨੀਵਾਂ ਹੈ। ਉਹ ਬ੍ਰਹਮ ਗਿਆਨ ਦੇ ਲੈਵਲ 'ਤੇ ਰੱਬ ਤੱਕ ਪਹੁੰਚ ਗਿਆ ਹੁੰਦਾ ਹੈ, ਅਤੇ ਰੱਬ ਦੀਆਂ ਨਜ਼ਰਾਂ 'ਤੇ ਇਹ ਸਾਰੇ ਜੀਵ ਉਹਦੇ ਹੀ ਬਣਾਏ ਨੇ, ਇਸ ਲਈ ਉਹਦੇ ਲਈ ਤਾਂ ਨਜ਼ਰਾਂ 'ਚ ਬਰਾਬਰ ਹੀ ਨੇ ਨਾ। ਉਹ ਤਾਂ ਹੈ, ਇਹ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਚੰਗਾ ਮੰਦਾ, ਇਹ ਤਾਂ ਸਾਡੀਆਂ ਨਜ਼ਰਾਂ 'ਚ ਹੈ। ਬ੍ਰਹਮ ਗਿਆਨੀ ਦੀਆਂ ਨਜ਼ਰਾਂ 'ਚ ਸਾਰੇ ਇੱਕੋ ਜਿਹੇ ਹੁੰਦੇ ਹਨ। ਇਸ ਲਈ ਬ੍ਰਹਮ ਗਿਆਨੀ ਚਾਹੇ ਨਹੀਂ ਤਾਂ ਉਹਦੇ ਸੱਚਖੰਡ 'ਚ ਹੀ ਲੜ ਪਣੇ ਅਤੇ ਕਿਸੇ ਨੂੰ ਮੁਖੀ ਹੋ ਜਾਣ। ਹੁਣ ਸਾਰ ਦੇਖੋ, ਹਿੰਦੂਆਂ ਦੇ, ਮੁਸਲਮਾਨਾਂ ਦੇ, ਸਿੱਖਾਂ ਦੇ, ਈਸਾਈਆਂ ਦੇ, ਬੋਧੀਆਂ ਦੇ, ਜੈਨੀਆਂ ਦੇ, ਪਾਰਸੀਆਂ, ਪਤਾ ਹੀ ਨਹੀਂ ਕਿੰਨੇ ਕੁ ਧਰਮ ਨੇ, ਅਤੇ ਹਰ ਧਰਮ 'ਚ ਬ੍ਰਹਮ ਗਿਆਨੀ ਤਾਂ ਹੁੰਦੇ ਨੇ, ਅਤੇ ਸਾਰੇ ਦੇ ਸਾਰੇ ਬ੍ਰਹਮ ਗਿਆਨੀ ਸੱਚਖੰਡ 'ਚ ਨੇ। ਅਤੇ ਜੇ ਉਹਨਾਂ 'ਚ ਵਖਰੇਵਾ ਵੀ ਮੈਂ ਤਾਂ ਹਿੰਦੂ ਬ੍ਰਹਮ ਗਿਆਨੀ, ਮੈਂ ਤਾਂ ਸਿੱਖ ਬ੍ਰਹਮ ਗਿਆਨੀ, ਫਿਰ ਤਾਂ ਕਿਸੇ ਨੂੰ ਮੁੱਕੇ ਉੱਥੇ ਸਟੇਜਾਂ ਲਾ ਲੈਣਗੇ, ਪ੍ਰਚਾਰ ਸ਼ੁਰੂ ਕਰ ਦੇਣਗੇ। ਨਹੀਂ, ਬ੍ਰਹਮ ਗਿਆਨੀ 'ਚ ਉੱਥੇ ਧਰਮ ਹੀ ਖਤਮ ਹੋ ਜਾਂਦਾ, ਉਹ ਸਾਰੇ ਰੱਬ ਰੂਪ ਹੁੰਦੇ। ਇਸ ਲਈ ਉੱਥੇ ਕੋਈ ਆਪਣਾ ਨਹੀਂ, ਕੋਈ ਬੇਗਾਨਾ ਨਹੀਂ, ਕੋਈ ਧਰਮ ਨਹੀਂ, ਸਭ ਇੱਕੋ। ਸਭੇ ਸਾਂਝੀ ਵਾਰ ਸਦਾਇਨ ਕੋਈ ਨਾ ਦਿਸੈ। ਹਾਂ, ਉਹ ਅਵਸਥਾ ਹੀ ਐਸੀ ਆ ਜਾਂਦੀ ਹੈ। ਸੋ ਜਦੋਂ ਇੱਥੇ ਇੱਕ ਵਾਰੀ ਕਈ ਸਾਲਾਂ ਕੋਲ ਜਦੋਂ ਇੱਥੇ ਹੀ ਮਨਾਇਆ ਜਾਂਦਾ ਸੀ ਦਿਨ, 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਮਨਾ ਰਹੇ, ਅਤੇ ਮੈਂ ਇੱਥੇ ਬੈਠਾ, ਅੱਗੇ ਕੀਰਤਨੀ ਬੈਠਾ, ਚਲੋ ਜੀ, ਕੀ ਦੇਖਦਾ ਅਚਾਨਕ ਬਈ ਛੱਤ 'ਤੇ ਨਾ 14 ਘੋੜਿਆਂ ਵਾਲਾ ਰਥ ਉਤਰਿਆ। ਮੈਂ ਕਿਹਾ ਲੈ ਜੀ, ਅਤੇ ਕ੍ਰਿਸ਼ਨ ਮਹਾਰਾਜ ਦਾ ਰਥ ਹੈ, ਉਹਨਾਂ ਦਾ 14 ਘੋੜੇ ਦੇ। ਅਚਾਨਕ ਕੀ ਦੇਖਦਾ, ਇੱਥੇ ਮੋਰਾ ਹੋ ਗਿਆ ਖੂੰਜੇ 'ਚੋਂ, ਇਹ ਆਪਣੇ ਆਪ ਇੱਕ ਪੌੜੀ ਲੱਗ ਗਈ। ਕ੍ਰਿਸ਼ਨ ਮਹਾਰਾਜ ਹੇਠਾਂ ਉਤਰੇ। 10ਵੇਂ ਪਾਤਸ਼ਾਹ ਧਰਤੀ ਤੋਂ 6 ਇੰਚ ਉੱਚੇ ਬੈਠੇ ਚੌਕੜੀ ਮਾਰ ਕੇ। ਜਦੋਂ ਕ੍ਰਿਸ਼ਨ ਮਹਾਰਾਜ ਆਏ, 10ਵੇਂ ਪਾਤਸ਼ਾਹ ਖੜ੍ਹੇ ਹੋ ਗਏ, ਦੋਨਾਂ ਨੇ ਆਪਸ 'ਚ ਜੱਫੀ ਪਾਈ, ਆਪਸ 'ਚ ਕੋਈ ਗੱਲਬਾਤ ਕੀਤੀ, ਦੋਨੋਂ ਫਿਰ ਹੇਠਾਂ ਬਹਿ ਗਏ ਧਰਤੀ ਤੋਂ 6 ਇੰਚ ਉੱਚੀ। ਕੋਈ ਦੇਰ ਬਾਅਦ ਕ੍ਰਿਸ਼ਨ ਮਹਾਰਾਜ ਨੇ ਫਿਰ 10ਵੇਂ ਪਾਤਸ਼ਾਹ ਨੂੰ ਕੁਛ ਕਿਹਾ, ਅਤੇ ਫਿਰ ਉਹ ਉਸੇ ਤਰ੍ਹਾਂ ਵਾਪਸ ਚਲੇ ਗਏ। ਪੌੜੀ ਵੀ ਖਤਮ, ਉਹ ਮੋਰਾ ਵੀ ਖਤਮ, ਅਤੇ ਜਿਹੜਾ 14 ਘੋੜਾ ਜਿਹੜਾ ਰਥ ਸੀ ਉਹ ਵੀ ਛੱਤ ਉੱਤੇ ਉੱਡ ਗਿਆ। ਫਿਰ ਮੈਂ ਦੇਖਿਆ ਵੀ ਦੱਸ, ਅਸੀਂ ਤਾਂ ਆਪਸ 'ਚ ਲੜੀ ਜਾਂਦੇ ਹਾਂ, ਆਹ ਦੋਨੋਂ ਬ੍ਰਹਮ ਗਿਆਨੀ ਨੇ ਆਪਸ 'ਚ ਖੜ੍ਹੇ ਹੋ ਕੇ ਜੱਫੀਆਂ ਪਾ ਰਹੇ ਨੇ, ਇਹ ਜੱਫੀਆਂ ਪਾ ਰਹੇ ਨੇ। ਉਹ ਵਧਾਈ ਦੇਣ ਆਏ ਹੋਣਗੇ ਨਾ, ਵੀ ਵਧਾਈਆਂ ਜੀ ਤੁਹਾਡਾ ਜਨਮ ਦਿਨ ਮਨਾ ਰਹੇ ਨੇ, ਹਾਂਜੀ, ਉਹ ਆਪ ਜੱਫੀਆਂ ਪਾ ਰਹੇ, ਅਸੀਂ ਉੱਥੇ ਤੂੰ ਮੈਂ ਹੁੰਦੇ ਰਹੇ ਨਾ, ਬੁਰਾ ਹਾਲ ਕਰਦੇ ਕਦੇ। ਤਾਂ ਮੈਂ ਦੇਖਿਆ ਵੀ ਹਾਂ, ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ, ਉਹ ਜਾਤ ਪਾਤ ਧਰਮ ਦੇ ਵਖਰੇਵੇਂ ਸਭ ਖਤਮ ਹੋ ਗਏ ਹੁੰਦੇ ਹਨ।
ਉਹ ਸਾਰੇ ਇੱਕੋ ਹੀ ਜਿਹੇ ਹੁੰਦੇ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ 6 ਘਰ ਭਾਵ 6 ਸ਼ਾਸਤਰ ਨੇ, 6 ਉਹਨਾਂ ਦੇ ਗੁਰ ਭਾਵ ਲਿਖਾਰੀ ਨੇ, 6 ਪ੍ਰਕਾਰ ਦੇ ਉਹਨਾਂ 'ਚ ਉਪਦੇਸ਼ ਨੇ। ਗੁਰ ਗੁਰ ਏਕੋ, ਸਾਰਿਆਂ ਦਾ ਗੁਰੂ ਤੇ ਇੱਕੋ ਹੀ ਹੈ, ਭਾਵ ਲਿਖਾਰੀ ਤੇ ਇੱਕੋ ਹੀ ਹੈ, ਕਿਉਂਕਿ ਸਾਰੇ ਲਿਖਾਰੀਆਂ ਦਾ ਇੱਕੋ ਹੀ ਹੈ, ਪਰਮਾਤਮਾ ਹੀ ਸਭ। ਵੇਸ ਅਨੇਕ, ਹਾਂ ਜਿਵੇਂ ਵਿਚਾਰ ਜਿਹੜਾ ਹੈ ਸਾਰੇ ਜਿੰਨੇ 6 ਦੇ 6 ਲਿਖਾਰੀ ਨੇ, ਇਹਨਾਂ ਦੇ ਗੁਰੂ ਤੇ ਪਰਮਾਤਮਾ ਹੀ ਹੈ। ਪਰ ਜਿਵੇਂ ਇਹ ਦੇਖਣ ਨੂੰ 6 ਨੇ, 6 ਇਹਨਾਂ ਦੇ ਜਿਹੜੇ ਨੇ ਇਹ ਸ਼ਾਸਤਰ ਨੇ, 6 ਉਪਦੇਸ਼ ਨੇ, ਦੇਖਣ ਨੂੰ ਅੱਡ ਨੇ। ਵੇਸ ਅਨੇਕ, ਪਹਿਰਾਵੇ ਦੇਖਣ ਨੂੰ ਅੱਡ ਨੇ, ਪਰ ਸਾਰਿਆਂ ਦਾ ਗੁਰੂ ਇੱਕੋ ਹੀ ਹੈ, ਉਹ ਪਰਮਾਤਮਾ ਹੀ ਸਭ ਦਾ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਹੇ ਭਾਈ, ਜਿਸ ਘਰ ਦੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਨਾ, ਸੋ ਕਰ ਰਾਖ ਵਡਾਈ ਤੋਏ। ਹੇ ਪਰਮਾਤਮਾ, ਤੂੰ ਉਸ ਘਰ ਦੀ ਰੱਖਿਆ ਕਰ, ਇਹੀ ਤੇਰੀ ਵਡਿਆਈ ਹੈ। ਹੇ ਪਰਮਾਤਮਾ, ਜਿਸ ਘਰ ਦੇ ਵਿੱਚ ਤੇਰੀ ਸਿਫਤ ਸਲਾਹ ਹੋ ਰਹੀ ਹੈ, ਤੂੰ ਉਸ ਘਰ ਦੀ ਰੱਖਿਆ ਕਰ, ਇਹੀ ਤੇਰੀ ਵਡਿਆਈ ਹੈ। ਵਿਸੂਏ ਕਹਿੰਦੇ ਨੇ ਜੀ, ਅੱਖ ਆਪਾਂ ਝਮਕਦੇ ਹਾਂ, ਇੱਕ ਵਾਰੀ ਅੱਖ ਖੁੱਲ੍ਹੀ, ਇੱਕ ਵਾਰੀ ਬੰਦ ਕੀਤੀ, ਇੰਨੇ ਸਮੇਂ ਨੂੰ ਵਿਸਾ ਕਹਿੰਦੇ ਨੇ। ਵਿਸੂਏ 15 ਵਾਰੀ ਅੱਖਾਂ ਖੋਲ੍ਹੀਏ ਅਤੇ 15 ਵਾਰੀ ਬੰਦ ਕਰੀਏ, ਇਹਨੂੰ ਕਹਿੰਦੇ ਨੇ ਚਸਾ। ਘੜੀ ਜਿਹੜੀ ਹੈ 24.5 ਮਿੰਟ ਦੀ ਹੁੰਦੀ ਹੈ, 24.5 ਮਿੰਟ ਦੀ ਘੜੀ ਹੁੰਦੀ ਹੈ। 3 ਘੰਟਿਆਂ ਦਾ ਪਹਿਰ ਹੁੰਦਾ ਹੈ। 15 ਥਿੱਤਾਂ ਮੰਨੀਆਂ ਗਈਆਂ ਹਨ, ਵਾਰ 7 ਵਾਰ ਗਿਣੇ ਗਏ ਹਨ। ਇਹ ਵਿਸਵੇ, ਚਸਿਆਂ, ਘੜੀਆਂ, ਪਹਿਰਾਂ, ਥਿੱਤੀ, ਵਾਰੀ, ਇਹ ਸਾਰੇ ਰਲ ਕੀ ਹੋ ਗਏ ਮਾਹ, ਮਹੀਨਾ ਬਣਦੇ। ਇਹ ਸਾਰੇ ਰਲ ਕੇ ਮਹੀਨਾ ਹੋ ਗਏ। ਪਰ ਸੂਰਜ ਏਕੋ ਰੁੱਤ ਅਨੇਕ, ਪਰ ਸੂਰਜ ਇੱਕੋ ਹੀ ਹੈ, ਰੁੱਤਾਂ ਕਈ ਨੇ। ਸੂਰਜ ਇੱਕੋ ਹੀ ਹੈ, ਰੁੱਤਾਂ ਕਈ ਨੇ। ਨਾਨਕ ਕਰਤੇ ਕੇ ਕੇਤੇ ਵੇਸ, ਇਸ ਲਈ ਪਰਮਾਤਮਾ ਤਾਂ ਇੱਕੋ ਹੀ ਹੈ, ਪਰ ਉਹਦੇ ਵੇਸ ਜਿਹੜੇ ਰੂਪ ਰੰਗ ਉਹ ਅੱਡ ਅੱਡ ਨੇ, ਉਹ ਪਤਾ ਨਹੀਂ ਕਿੰਨੇ ਕਿੰਨੇ ਹੈ। ਉਹ ਇੱਕੋ ਹੀ, ਜਿਵੇਂ ਸੂਰਜ ਇੱਕੋ ਹੈ, ਰੁੱਤਾਂ ਕਈ ਨੇ, ਇਸ ਤਰ੍ਹਾਂ ਪਰਮਾਤਮਾ ਇੱਕ ਹੈ, ਉਹਦੇ ਵੇਸ, ਉਹਦੇ ਸਰੂਪ ਕਈ ਹਨ। ਅੱਗੇ ਕਹਿੰਦੇ ਰਾਗ ਧਨਾਸਰੀ, ਮਹਿਲਾ ਪਹਿਲਾ। ਰਾਗ ਦਾ ਨਾਮ ਹੈ ਧਨਾਸਰੀ, ਮਹਿਲਾ ਪਹਿਲਾ ਦਾ ਮਤਲਬ ਗੁਰੂ ਨਾਨਕ ਦੇਵ ਦੀ ਬਾਣੀ ਹੈ। ਗਗਨ ਮੈਂ, ਇਹਨੂੰ ਮੈਂ ਨਹੀਂ ਪੜ੍ਹ ਦੇਣਾ, ਖਿਆਲ ਰੱਖਣਾ। ਮੈਂ ਦੇ 2 ਅਰਥ ਨੇ। ਜੇ ਤਾਂ ਮੈਂ ਫਾਰਸੀ ਦਾ ਸ਼ਬਦ, ਉਹਦਾ ਅਰਥ ਹੈ ਸ਼ਰਾਬ। ਪਹਿਲਾਂ ਨਾ ਫਾਰਸੀ ਜੇ ਬੋਲ ਬਾਲਾ ਸੀ, ਠੇਕਾ ਨਹੀਂ ਸੀ ਕਿਹਾ ਕਰਦੇ, ਇਹਨੂੰ ਕਹਿੰਦੇ ਮੈਂ ਖਾਨਾ। ਠੇਕੇ ਨੂੰ, ਸ਼ਰਾਬ ਦੇ ਠੇਕੇ ਨੂੰ ਕਹਿੰਦੇ ਸੀ ਮੈਂ ਖਾਨਾ। ਖਾਨਾ ਘਰ ਨੂੰ ਕਹਿੰਦੇ ਨੇ। ਉਹ ਘਰ, ਉਹ ਕਮਰਾ ਜਿੱਥੇ ਸ਼ਰਾਬ ਮਿਲਦੀ ਹੈ, ਉਸ ਨੂੰ ਕਹਿੰਦੇ ਸੀ ਮੈਂ ਖਾਨਾ। ਮੈਂ ਸ਼ਰਾਬ ਨੂੰ ਕਹਿੰਦੇ ਨੇ। ਇੱਥੇ ਮੈਂ ਦਾ ਮਤਲਬ ਹੈ ਵਰਗਾ। ਇਹ ਹੈ ਮੰਮਾ ਯਈਆ, ਹਿੰਦੀ 'ਚ ਮੰਮਾ ਯਈਆ, ਮੈਂ। ਹਿੰਦੀ 'ਚ ਉਹਦਾ ਉਚਾਰਨ ਹੈ ਮੰਮਾ ਯਈ ਦਾ ਮੈਂ। ਉਹ ਤੋਂ ਸਿੱਧਾ ਪੰਜਾਬੀ ਬਣਾ ਲਿਆ ਮੈਂ। ਇਹਨੂੰ ਮੈਂ ਨਹੀਂ ਪੜ੍ਹਨਾ, ਖਿਆਲ ਰੱਖਣਾ। ਮੈਂ ਹਿੰਦੀ ਸ਼ਬਦ ਹੈ, ਮੈਂ ਅਰਥ ਹੈ ਵਰਗਾ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਉੜੀਸਾ 'ਚ ਗਏ। ਉੱਥੇ ਦੇਖਿਆ ਵੀ ਲੋਕ ਸ਼ਾਮ ਨੂੰ ਮੰਦਰ ਦੇ ਵਿੱਚ ਆਰਤੀ ਉਚਾਰ ਰਹੇ ਨੇ। ਉਹਨਾਂ ਥਾਲ ਦੇ ਦੀਵੇ ਰੱਖੇ ਨੇ, ਮੋਤੀ ਰੱਖੇ ਹੋਏ ਨੇ, ਔਰ ਜਿਹੜਾ ਹੈ ਧੂਫ ਰੱਖੀ ਹੋਈ ਹੈ, ਪੱਤੇ ਰੱਖੇ ਹੋਏ ਨੇ, ਅਤੇ ਨਾਲ ਢੋਲਕੀਆਂ ਵਜਾ ਰਹੇ ਨੇ। ਉਹ ਕਈ ਕੁਛ ਕਰ ਰਹੇ ਨੇ। ਗੁਰੂ ਮਹਾਰਾਜ ਉਹਨਾਂ ਨੂੰ ਵੇਖਿਆ, ਫਿਰ ਉਹਨਾਂ ਨੂੰ ਦੱਸਿਆ ਕਿ ਜਿਹੜੀ ਤੁਸੀਂ ਆਰਤੀ ਉਚਾਰ ਰਹੇ ਹੋ ਨਾ, ਇਹ ਤਾਂ ਕੁਦਰਤ ਦੇ ਵਿੱਚ ਪਹਿਲਾਂ ਹੀ ਹੋ ਰਹੀ ਹੈ। ਜਿਹੜੀ ਆਰਤੀ ਤੁਸੀਂ ਕਰ ਰਹੇ ਹੋ, ਇਹ ਤਾਂ ਕੁਦਰਤ ਦੇ ਵਿੱਚ ਪਹਿਲਾਂ ਹੀ ਹੋ ਰਹੀ ਹੈ। ਗਗਨ ਮੈਂ ਥਾਲ,
ਆਕਾਸ਼ ਤੁਹਾਡੇ ਥਾਲ ਵਰਗਾ। ਜਿਹੜਾ ਤੁਹਾਡਾ ਥਾਲ ਹੈ ਇਹ ਕਿਹਦੇ ਵਰਗਾ? ਐ ਸਮਝੋ ਆਕਾਸ਼ ਹੈ। ਗਗਨ ਮੈਂ ਥਾਲ ਆਕਾਸ਼ ਥਾਲ ਵਰਗਾ, ਰਵ ਚੰਦ ਦੀਪਕ ਬਣੇ। ਤੁਸੀਂ ਥਾਲੀ 'ਚ ਰੱਖੇ ਨੇ ਦੀਵੇ। ਰਵ ਹਿੰਦੀ ਕਹਿੰਦੇ ਰਵੀ, ਹਿੰਦੀ ਵਾਲੇ ਇਹਨੂੰ ਕੀ ਬੋਲਦੇ? ਰਵੀ। ਤਾਂ ਹੀ ਵਾਵੇ ਨੂੰ ਸਿਹਾਰੀ ਲਾਈ ਹੈ ਨਾ। ਪਰ ਗੁਰਬਾਣੀ ਦੇ ਨਿਯਮ ਅਨੁਸਾਰ ਵਾਵੇ ਨੂੰ ਸਿਹਾਰੀ ਨਹੀਂ ਬੋਲਦੀ, ਇਸ ਲਈ ਆਪਾਂ ਪੜਾਂਗੇ ਰਵ। ਅਤੇ ਸੂਰਜ ਅਤੇ ਚੰਨ ਇਹ ਹੈਗੇ ਦੀਵੇ। ਆਕਾਸ਼ ਜਿਹੜਾ ਹੈ ਉਹ ਥਾਲ ਦੀ ਨਿਆਈ ਹੈ, ਅਤੇ ਸੂਰਜ ਅਤੇ ਚੰਨ ਉਹਦੇ 'ਚ ਦੀਵੇ ਨੇ। ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਮੰਡਲ ਤਾਰੇ, ਇਹ ਜਿਹੜੇ ਤਾਰੇ ਨੇ ਦੇ ਮੰਡਲ ਜਿਹੜੇ ਨੇ, ਐਂ ਸਮਝੋ। ਜਨਕ ਹੁੰਦਾ ਸਮਝੋ ਵੀ ਜਿਹੜੇ ਤੁਸੀਂ ਥਾਲ 'ਚ ਮੋਤੀ ਰੱਖੇ ਹੋਏ ਨੇ, ਆਰਤੀ ਕਰਨ ਥਾਲ 'ਚ ਮੋਤੀ ਵੀ ਰੱਖੇ ਹੁੰਦੇ ਨੇ। ਜਨਕ ਹੁੰਦਾ ਸਮਝੋ ਜਿਹੜੇ ਤਾਰਾ ਮੰਡਲ ਹੈ ਇਸ ਨੂੰ ਕਹਿ ਤੁਸੀਂ ਮੋਤੀ ਸਮਝੋ। ਧੂਪ ਮੱਲੇ ਆਣ ਲਓ, ਇਹਨੂੰ ਮਲ ਆਣ ਲਓ ਨਹੀਂ ਪੜ੍ਹਨਾ। ਮੱਲਿਆ ਪਹਾੜ ਹੈ, ਮੱਲਿਆ ਪਲਸ ਅਨਲੋ। ਅਨਲ ਹੁੰਦੀ ਹਵਾ, ਮੱਲਿਆ ਪਲਸ ਅਨਲ। ਅਨਲ ਮੱਲਿਆ ਪਹਾੜ ਵੱਲੋਂ ਆਉਣ ਵਾਲੀ ਹਵਾ। ਅਨਲ ਬਣੇ ਹਵਾ, ਹਿੰਦੀ ਦੇ ਸ਼ਬਦ ਅਨਲ ਹਵਾ। ਦੱਖਣੀ ਭਾਰਤ ਦੇ ਵਿੱਚ ਉੜੀਸਾ ਦੇ ਵਿੱਚ ਉਸ ਇਲਾਕੇ 'ਚ ਮੱਲਿਆ ਪਹਾੜ ਹੈ। ਉੱਥੇ ਚੰਦਨ ਦੇ ਦਰਖਤ ਨੇ ਬਹੁਤ ਜ਼ਿਆਦਾ, ਅਤੇ ਚੰਦਨ ਦੇ ਦਰਖਤਾਂ 'ਚ ਆਉਂਦੀ ਖੁਸ਼ਬੂ। ਅਤੇ ਕਹਿੰਦੇ ਧੂਪ ਮੱਲਿਆਣ ਲਓ। ਮੱਲਿਆ ਪਹਾੜ ਤੋਂ ਆਉਣ ਵਾਲੀ ਜਿਹੜੀ ਖੁਸ਼ਬੂਦਾਰ ਹਵਾ ਹੈ ਉਹ ਹੈ ਤੁਹਾਡੀ ਧੂਪ। ਜਿਹੜੀ ਧੂਪ ਦਿਖਾਈ ਹੋਈ ਤੁਸੀਂ ਥਾਲੀ ਦੇ ਵਿੱਚ, ਇਹ ਤਾਂ ਐਂ ਸਮਝੋ ਮੱਲਿਆ ਪਹਾੜ ਤੋਂ ਆਉਣ ਵਾਲੀ ਖੁਸ਼ਬੂਦਾਰ ਹਵਾ ਹੈ। ਪਵਨ ਚਵਰੋ ਕਰੇ, ਤੁਸੀਂ ਚੌਰ ਕਰ ਰਹੇ ਹੋ ਮੂਰਤੀ 'ਤੇ। ਆ ਜਿਹੜੀ ਹਵਾ ਹੈ ਇਹ ਸਮਝੋ ਚੌਰ ਕਰ ਰਹੀ ਹੈ। ਸਗਲ ਬਨਰਾਏ ਫੁਲੰਤ ਜੋਤੀ, ਤੁਸੀਂ ਫੁੱਲ ਰੱਖੇ ਹੋਏ ਨੇ ਥਾਲੀ 'ਚ, ਤੁਸੀਂ ਫੁੱਲ ਰੱਖੇ ਨੇ। ਸਾਰੀ ਬਨਸਪਤੀ ਜਿਹੜੀ ਹੈ ਇਹ ਕਹਿੰਦੇ ਫੁੱਲ ਹੀ ਫੁੱਲ ਨੇ, ਇਹ ਫੁੱਲ ਹੀ ਫੁੱਲ ਨੇ। ਕੈਸੀ ਆਰਤੀ ਹੋਏ ਇੱਥੇ, ਕੈਸੀ ਤਾਂ ਪਾਵੇ ਕਿੰਨੀ ਸੁੰਦਰ। ਜਿਵੇਂ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਵੀ ਕਿੱਡਾ ਵਧੀਆ। ਉੱਥੇ ਕਿਹਾ ਦਾ ਮਤਲਬ ਕਿਹੋ ਜਿਹਾ ਨਹੀਂ ਹੈ। ਜਿਵੇਂ ਤੇ ਕੈਸੀ ਕਿਹੋ ਜਿਹੀ ਭਾਵ ਨਹੀਂ ਹੈ। ਕੈਸੀ ਆਰਤੀ ਹੋਏ ਵੀ ਆਹ ਕਿੰਨੀ ਵਧੀਆ ਕੁਦਰਤ ਦੀ ਆਰਤੀ ਹੋ ਰਹੀ ਹੈ। ਭਾਵ ਖੰਡਣਾ ਤੇਰੀ ਆਰਤੀ। ਪਰਮਾਤਮਾ ਨੂੰ ਕਿਹਾ ਭਾਵ ਖੰਡਣਾ। ਜਿਹੜਾ ਸਾਡੇ ਜੰਮਣ ਮਰਨ ਦੇ ਚੱਕਰ ਨੂੰ ਕੱਟ ਦੇਵੇ ਨਾ ਉਹਨੂੰ ਕਹਿੰਦੇ ਨੇ ਭਾਵ ਖੰਡਣ। ਹੇ ਭਾਵ ਖੰਡਣਾ, ਹੇ ਪਰਮਾਤਮਾ ਇਹ ਤੇਰੀ ਕੁਦਰਤ 'ਚ ਕਿੰਨੀ ਵਧੀਆ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ, ਅਤੇ ਜਿਹੜੇ ਨਾਲ ਇਹ ਢੋਲਕੀਆਂ ਵਜਾ ਰਹੇ ਨਾ, ਇਹ ਜਿਹੜਾ ਤੇਰਾ ਅਨਹਦ ਨਾਦ ਅੰਦਰ ਹਰ ਸਰੀਰ ਦੇ ਵਿੱਚ ਵੱਜ ਰਿਹਾ ਹੈ, ਇਹ ਸਮਝੋ ਬਾਹਰ ਢੋਲਕੀ ਵੱਜ ਰਹੀ। ਅਨਹਤਾ ਸ਼ਬਦ, ਅਨਹਦ ਨਾਦ ਜਿਹਨੂੰ ਕਹਿੰਦੇ ਨੇ, ਅੰਦਰ ਰੱਬੀ ਸੰਗੀਤ ਹੋ ਰਿਹਾ ਵੱਜ ਰਿਹਾ ਹੈ। ਇਹ ਸਮਝੋ ਬਾਹਰਲੀ ਇਹ ਸ਼ਹਿਨਾਈ ਭੇਰੀ ਵੱਜ ਰਹੀ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਿਸ ਹਜ਼ਾਰ ਨੂੰ ਕਹਿੰਦੇ ਨੇ। ਸੱਸੇ ਨੌਕੜ ਨਾ ਹੁਣ ਕੇ ਭਾਵ ਹਜ਼ਾਰਾਂ। ਜੇ ਸਹਿਸ ਪਿਛਲੇ ਸੱਸੇ ਨੌਕੜ ਹੁੰਦਾ ਫਿਰ 1000 ਹੋ ਜਾਣਾ ਸੀ। ਪਿਛਲੇ ਸੱਸੇ ਨੌਕੜ ਨੇ ਇਸ ਲਈ ਹਜ਼ਾਰਾਂ। ਸਹਿਸ ਤਵ, ਤਵ ਹੁੰਦਾ ਤੇਰੇ। ਤਵ ਤੋਂ ਪੰਜਾਬੀ ਬਣ ਜਾਏ ਤਉ, ਤਉ ਪ੍ਰਸਾਦ। ਕਿਤੇ ਲਿਖਿਆ ਹੈ ਤਉ ਪ੍ਰਸਾਦ, 10ਵੇਂ ਪਾਏ ਲਿਖਿਆ। ਕਿਤੇ ਲਿਖਿਆ ਤਵ ਪ੍ਰਸਾਦ। ਵਾਹ ਵਾਹ ਜਦੋਂ ਪੰਜਾਬੀ 'ਚ ਆਉਂਦਾ ਉਹਦਾ ਊੜਾ ਬਣ ਜਾਂਦਾ। ਜਿਵ ਹਿੰਦੀ ਹੈ ਜਿਵ, ਪੰਜਾਬੀ 'ਚ ਜਿਉਂ। ਹਿੰਦੀ ਹੈ ਤਿਵ, ਪੰਜਾਬੀ 'ਚ ਤਿਉਂ। ਹਿੰਦੀ ਹੈ ਕਿਵ, ਪੰਜਾਬੀ 'ਚ ਕਿਉਂ। ਊੜਾ ਬਣ ਜਾਂਦਾ ਵਾਵੇ ਤਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹੇ ਪਰਮਾਤਮਾ ਤੇ ਤੇਰੀਆਂ ਹਜ਼ਾਰਾਂ ਅੱਖਾਂ ਨੇ ਪਰ ਦਿਸਦੀ ਕੋਈ ਨਹੀਂ ਹੈਗੀ। ਉਂਝ ਤੇਰੀ ਕੋਈ ਅੱਖ ਨਹੀਂ ਹੈ ਦਿਸਦੀ ਤੇਰੀ, ਕਿਉਂਕਿ ਪਰਮਾਤਮਾ ਦੇ 2 ਸਰੂਪ ਨੇ, ਇੱਕ ਨਿਰਗੁਣ ਇੱਕ ਸਰਗੁਣ। ਨਿਰਗੁਣ ਸਰੂਪ ਉਹ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਸਰਗੁਣ ਸਰੂਪ ਹੈ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ। ਤੇਰੇ ਸਰਗੁਣ ਸਰੂਪ ਦੀਆਂ ਹਜ਼ਾਰਾਂ ਹੀ ਅੱਖਾਂ ਨੇ
ਪਰ ਨਿਰਗੁਣ ਸਰੂਪ ਤੇਰੀ ਕੋਈ ਅੱਖ ਨਹੀਂ ਹੈ। ਸਹਿਸ ਮੂਰਤ ਨਨਾਇਕ ਤੋਹੀ, ਉਂਝ ਤੇਰੇ ਸਰਗੁਣ ਸਰੂਪ ਹਜ਼ਾਰਾਂ ਹੀ ਸਰੂਪ ਨੇ, ਆਪਾਂ ਸਾਰੇ ਪਰਮਾਤਮਾ ਦੇ ਸਰੂਪ ਹੀ ਬੈਠੇ ਹੋਏ ਹਾਂ। ਸਰਗੁਣ ਸਰੂਪ 'ਚ ਇਹ ਪਰਮਾਤਮਾ ਤੇਰੇ ਹਜ਼ਾਰਾਂ ਸਰੂਪ ਨੇ, ਪਰ ਨਨਾਇਕ ਤੋਹੀ, ਤੇ ਨਿਰਗੁਣ ਸਰੂਪ 'ਚ ਤੇਰਾ ਕੋਈ ਸਰੂਪ ਨਹੀਂ ਹੈ। ਤਾਂ ਹੀ ਨਿਰੰਕਾਰ ਕਹਿੰਦੇ ਨੇ ਉਹਨੂੰ। ਨਿਰੰਕਾਰ ਦਾ ਮਤਲਬ ਨਿਰਆਕਾਰ, ਜਿਹਦਾ ਕੋਈ ਸਰੂਪ ਹੀ ਨਹੀਂ ਹੈਗਾ। ਸਰਗੁਣ ਦੇ ਜੇ ਤੇਰੇ ਹਜ਼ਾਰਾਂ ਸਰੂਪ ਨੇ, ਨਿਰਗੁਣ ਅਵਸਥਾ ਤੇਰਾ ਕੋਈ ਸਰੂਪ ਨਹੀਂ। ਹੁਣ ਤੁਸੀਂ ਦੇਖੋਗੇ ਵੀ ਇਹ ਤੋਹੀ, ਤੱਤੇ ਨੂੰ ਹੋੜਾ ਵੀ ਲੱਗਾ ਹੈ, ਤੱਤੇ ਨੂੰ ਔਂਕੜ ਵੀ ਲੱਗੀ ਹੈ। ਸਿਰਫ ਗੁਰਬਾਣੀ ਦੇ ਵਿੱਚ ਹੀ ਸ਼ਬਦਾਂ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ। ਅੱਜ ਦੀ ਪੰਜਾਬੀ 'ਚ ਇੱਕੋ ਹੀ ਮਾਤਰਾ ਲੱਗੀ ਹੋਈ, ਜਾਂ ਹੋੜਾ ਉੱਪਰ ਹੋਵੇਗਾ ਜਾਂ ਔਂਕੜ ਹੋਵੇਗਾ। ਹੁਣ ਇਹ ਦੇਖਣਾ ਵੀ ਤੱਤੇ ਨੂੰ ਹੋੜਾ ਇੱਥੇ ਬੋਲੇਗਾ ਕਿ ਔਂਕੜ ਬੋਲੇਗਾ। ਪਾਠ ਕਰਦਿਆਂ ਹੋਇਆਂ ਬੰਦਾ ਸੋਚਦਾ ਵੀ ਤੋਹੀ ਇਹ ਬੋਲਾਂ ਕਿ ਤੋਹੀ ਬੋਲਾਂ। ਹੁਣ ਜਦ ਅਗਲੀ ਲਾਈਨ ਆਪਾਂ ਪੜ੍ਹਾਂਗੇ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਹ ਵਿਚਲਤ ਮੋਹੀ, ਇੱਥੇ ਮੰਮੀ ਨੂੰ ਹੋੜਾ, ਇਸ ਲਈ ਉੱਥੇ ਵੀ ਤੋਹੀ ਤੱਤੇ ਨੂੰ ਹੋੜਾ ਪੜ੍ਹਨਾ ਪਏਗਾ। ਗੁਰੂ ਮਾਨ ਨੇ ਦੱਸਿਆ ਵੀ ਅਸਲ ਸ਼ਬਦ ਤੇ ਤੱਤੇ ਨੂੰ ਔਂਕੜ ਨਾਲ ਹੈ ਤੋਹੀ, ਪਰ ਇੱਥੇ ਤੁਕਾਂਤ ਮਿਲਾਉਣ ਲਈ ਇੱਥੇ ਹੋੜਾ ਪੜ੍ਹਨਾ ਹੈ। ਆ ਭਾਵ ਸਹਿਸ ਪਦ ਬਿਮਲ, ਤੇਰੇ ਪਵਿੱਤਰ ਹਜ਼ਾਰਾਂ ਪੈਰ ਹਨ, ਨਾਨ ਏਕ ਪਦ, ਪਰ ਨਿਰਗੁਣ ਸਰੂਪ ਵਿੱਚ ਤੇਰਾ ਕੋਈ ਵੀ ਪੈਰ ਨਹੀਂ ਹੈ। ਪਦ ਪੈਰ ਨੂੰ ਕਹਿੰਦੇ ਨੇ, ਚਰਨ ਜਿਹਨੂੰ ਕਹਿੰਦੇ ਆਪਾਂ। ਸਰਗੁਣ ਸਰੂਪ ਦੇ ਵਿੱਚ ਤੇਰੇ ਬਿਮਲ ਦਾ ਪਵਿੱਤਰ, ਬਿਮਲ ਬਿਨਾਂ ਮੈਲ ਦੇ ਪਵਿੱਤਰ, ਪਦ ਹੁੰਦਾ ਚਰਨ। ਸਰਗੁਣ ਸਰੂਪ ਤੇਰੇ ਹਜ਼ਾਰਾਂ ਹੀ ਚਰਨ ਪਵਿੱਤਰ ਚਰਨ ਹਨ, ਨਾਨ ਏਕ ਪਦ, ਪਰ ਅਸਲ 'ਚ ਤੇਰਾ ਕੋਈ ਪੈਰ ਨਹੀਂ ਹੈ। ਗੰਧ ਬਿਨ, ਗੰਧ ਨੱਕ ਨੂੰ ਕਹਿੰਦੇ ਨੇ। ਤੇਰੇ ਨਿਰਗੁਣ ਸਰੂਪ ਤੇਰਾ ਕੋਈ ਨੱਕ ਨਹੀਂ ਹੈ। ਸਹਿਸਤਾ ਗੰਧ, ਪਰ ਸਰਗੁਣ ਸਰੂਪ ਤੇਰੇ ਹਜ਼ਾਰਾਂ ਹੀ ਨੱਕ ਨੇ। ਆਪਣੇ ਨੱਕ ਲੱਗੇ ਨਾ, ਜਿੰਨੇ ਬੰਦੇ ਜੀਵ ਓਨੇ ਹੀ ਨੱਕ। ਉਂਝ ਅਸਲ 'ਚ ਪਰਮਾਤਮਾ ਦੇ ਕੋਈ ਨੱਕ ਨਹੀਂ ਹੈ। ਇਹ ਵਿਚਲਤ ਮੋਹੀ, ਇਹ ਚੀਜ਼ ਵੇਖ ਕੇ ਮੇਰਾ ਜਿਹੜਾ ਮਨ ਮੋਹਿਆ ਗਿਆ ਹੈ। ਇਸ ਤਰ੍ਹਾਂ ਚਲਤ ਨੂੰ, ਇਸ ਤਰ੍ਹਾਂ ਚਲਿੱਤਰ ਨੂੰ ਵੇਖ ਕੇ ਮੇਰਾ ਮਨ ਮੋਹਿਆ ਗਿਆ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਉਸ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਉਸ ਦੀ ਜੋਤ ਕਾਰਨ ਹੀ ਸਾਰਿਆਂ ਦੇ ਅੰਦਰ ਚਾਨਣ ਹੈ। ਜਿਹੜਾ ਅਸੀਂ ਸਾਰਾ ਕਾਰਜ ਕਰੇ ਤਾਂ ਉਹਦੀ ਜੋਤ ਕਾਰਨ ਹੈ। ਜਿਹਦੇ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਇਹ ਸਰੀਰ ਟਹਿ ਢੇਰੀ ਹੋ ਜਾਂਦਾ। ਸਾਇੰਸ ਵਾਲੇ ਕਹਿਣਗੇ ਇਹ ਸਰੀਰ ਸਵਾਸਾਂ 'ਤੇ ਚੱਲਦਾ ਹੈ। ਜਦੋਂ ਸਵਾਸ ਨਾ ਆਉਣ ਬੰਦੇ ਦੀ ਡੈਥ ਹੋ ਜਾਂਦੀ ਹੈ। ਡੈਥ ਹੈ। ਪਰ ਧਰਮ ਕਹਿੰਦਾ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ। ਜਦੋਂ ਜੋਤ ਖਿੱਚਦਾ ਹੈ ਸਵਾਸ ਆਉਂਦਾ ਹੀ ਨਹੀਂ, ਅਤੇ ਦੇਖਣ ਵਾਲੇ ਕਹਿੰਦੇ ਵੀ ਸਾਹ ਨਹੀਂ ਆ ਰਿਹਾ, ਇਹਦੀ ਮੌਤ ਹੋ ਗਈ। ਅਸਲ ਉਹਨੇ ਆਪਣੀ ਜੋਤ ਖਿੱਚ ਲਈ ਵਿੱਚ। ਜੋ ਉਹਦੀ ਜੋਤ ਦੇ ਆਸਰੇ ਹੀ ਹਰ ਇੱਕ ਚੀਜ਼ ਚੱਲ ਰਹੀ ਹੈ। ਜਦੋਂ ਆਪਣੀ ਜੋਤ ਖਿੱਚ ਲੈਂਦਾ ਇਹ ਮਨੁੱਖ ਟਹਿ ਢੇਰੀ ਹੋ ਜਾਂਦਾ। ਬਹਾਨਾ ਬਣਾਇਆ, ਉਹਨੂੰ ਹਾਰਟ ਅਟੈਕ ਹੋ ਗਿਆ ਜੀ, ਇਹਨੂੰ ਸਾਹ ਨਹੀਂ ਹੈ ਜੀ, ਆਕਸੀਜਨ ਦੀ ਕਮੀ ਹੋ ਗਈ ਹੈ ਜੀ, ਉਹ ਦੂਜੇ ਗੱਲਾਂ ਨੇ। ਅਸਲ 'ਚ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਹੈ। ਉਹਦੀ ਜੋਤ ਕਾਰਨ ਹੀ ਸਾਰਿਆਂ ਦੇ ਚਾਨਣ ਹੈ, ਚੇਤਨਤਾ ਹੈ ਸਾਰਿਆਂ ਦੇ ਵਿੱਚ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਜੋਤ ਕਾਰਨ ਹੀ ਸਾਰਿਆਂ ਦੇ ਵਿੱਚ ਚਾਨਣ ਹੈ, ਸਾਰਿਆਂ ਦੇ ਵਿੱਚ ਚੇਤਨਤਾ ਅਵਸਥਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੇ ਚੱਲ ਕੇ ਪਰਮਾਤਮਾ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ। ਜਦੋਂ ਉਹਦੀ ਜੋਤ ਪ੍ਰਗਟ ਹੁੰਦੀ ਹੈ, ਇਹਦਾ ਮਤਲਬ ਹੁਣ ਅੰਦਰਲੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਹੈ। ਹੁਣ ਅੰਦਰ ਵੀ ਦਿਸੂ ਕੀ ਹੈ। ਅਜੇ ਤਾਂ ਬਾਹਰਲੇ ਚਾਨਣ ਸਾਡੇ ਸਰੀਰ ਦਾ ਬਾਹਰੋਂ ਦਿਸ ਰਿਹਾ ਹੈ। ਜਦੋਂ ਅੰਦਰਲੀ ਜੋਤ ਜਗਦੀ ਹੈ, ਫਿਰ ਜਿਹੜਾ ਉਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਸਾਰਾ ਅੰਦਰੋਂ ਸਰੀਰ ਦਿਸਣ ਲੱਗਦਾ।
ਆ ਫੇਫੜੇ ਨੇ, ਇਹ ਦਿਲ ਹੈ, ਇਹ ਜਿਹੜਾ ਜੋ ਮਿਹਦਾ ਹੈ, ਇਹ ਜਿਗਰ ਹੈ, ਜੋ ਕੁਝ ਵੀ ਸਾਡੇ ਸਰੀਰ ਦੇ ਅੰਦਰ ਪੁਰਜੇ ਨੇ ਉਹ ਸਾਰੇ ਦਿਸਣੇ ਸ਼ੁਰੂ ਹੋ ਜਾਂਦੇ, ਉਹ ਸਾਰੇ ਦਿਸਣੇ ਸ਼ੁਰੂ ਹੋ ਜਾਂਦੇ ਨੇ। ਕਿਉਂ? ਅੰਦਰ ਜੋਤ ਜਗ ਪਈ ਹੈ, ਅੰਦਰ ਚਾਨਣ ਹੋ ਗਿਆ। ਹਨੇਰੇ 'ਚ ਕੁਛ ਨਹੀਂ ਦਿਸਿਆ ਕਰਦਾ, ਉਹਦੀ ਜੋਤ ਹੈ। ਗੁਰ ਸਾਖੀ, ਸਾਖੀ ਮੈਨੇ ਸਿੱਖਿਆ ਤੇ ਚੱਲ ਕੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ ਇਹ ਅੰਦਰਲੀ ਜੋਤ ਪ੍ਰਗਟ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੈ। ਅਸਲ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਬਸ ਉਹੀ ਆਰਤੀ ਹੈ। ਅਸਲ 'ਚ ਉਹਦੀ ਸਿਫਤ ਸਲਾਹ ਇਹੀ ਹੈ ਕਿ ਜੋ ਉਹਨੂੰ ਚੰਗਾ ਲੱਗਦਾ ਬਸ ਸਾਨੂੰ ਚੰਗਾ ਲੱਗੇ, ਇਹੀ ਆਰਤੀ ਹੈ। ਅਤੇ ਉਹ ਇਹ ਬ੍ਰਹਮ ਗਿਆਨ ਦੀ ਅਵਸਥਾ 'ਤੇ ਜਾ ਕੇ ਅਗਲਾ ਕਹਿ ਸਕਦਾ ਵੀ ਪਰਮਾਤਮਾ ਜੋ ਤੂੰ ਕਰਦਾ ਠੀਕ ਕਰਦਾ। ਜਦੋਂ ਅਸੀਂ ਠੀਕ ਠਾਕ ਹਾਂ ਤਾਂ ਠੀਕ ਗੱਲਾਂ ਕਰਾਂ, ਰੱਬ ਜੋ ਕਰਦਾ ਠੀਕ ਕਰਦਾ। ਜਦੋਂ ਆਪਣੇ 'ਤੇ ਬੀਤਦੀ ਹੈ ਫਿਰ ਕਹਿੰਦੇ ਉਹ ਬੜਾ ਮਾੜਾ ਹੋਇਆ, ਫਿਰ ਉਹ ਕਹਿੰਦੇ ਬੜਾ ਮਾੜਾ ਹੋਇਆ। ਜਦੋਂ ਆਪਣੇ ਘਰ ਅੱਗ ਲੱਗਦੀ ਕਹਿੰਦੇ ਅੱਗ ਲੱਗ ਗਈ ਹੈ, ਦੂਜੇ ਦੇ ਘਰ ਲੱਗਦੀ ਕਹਿੰਦੇ ਬਸੰਤਰ ਲੱਗੀ ਉਹਦੇ ਘਰ ਨੂੰ। ਹਾਂ, ਦੂਜੇ ਤਦ ਅਗਲਾ ਇਹੀ ਜਾ ਕੇ ਉਹ ਠੀਕ ਹੈ ਜੀ, ਪਰਮਾਤਮਾ ਜੋ ਕਰਦਾ ਠੀਕ ਕਰਦਾ ਜੀ, ਉਹਦੇ ਅੱਗੇ ਕਿਹਦਾ ਜ਼ੋਰ ਹੈ ਜੀ। ਹਾਂਜੀ, ਜਦੋਂ ਆਪਣੇ ਹੁੰਦਾ ਫਿਰ ਬੜਾ ਮਾੜਾ ਹੋਇਆ, ਐ ਨਹੀਂ ਸੀ ਹੋਣਾ ਚਾਹੀਦਾ, ਆਹ ਨਹੀਂ ਸੀ ਹੋਣਾ ਚਾਹੀਦਾ, ਫਿਰ ਬੰਦਾ ਇਸ ਤਰ੍ਹਾਂ ਕਰਦਾ। ਫਿਰ ਜਦੋਂ ਉੱਚੀ ਅਵਸਥਾ 'ਤੇ ਮਨੁੱਖ ਚਲਿਆ ਜਾਂਦਾ ਹੈ ਉਹ ਕਹਿੰਦੇ ਠੀਕ ਹੈ, ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਹੇ ਪਰਮਾਤਮਾ ਜੋ ਤੈਨੂੰ ਪਾਉਂਦਾ ਬਸ ਸਾਡੇ 'ਤੇ ਇਹੀ ਆਰਤੀ ਹੈ। ਹਰ ਚਰਨ ਕਵਲ ਮਕਰੰਦ, ਹਰੀ ਦੇ ਜਿਹੜੇ ਚਰਨ ਨੇ ਨਾ, ਕਵਲ ਫੁੱਲ ਨੂੰ ਕਹਿੰਦੇ, ਕੌਲ ਫੁੱਲ, ਕਮਲ ਫੁੱਲ। ਮਕਰੰਦ ਹੁੰਦਾ ਜਿਹੜਾ ਫੁੱਲ ਦੇ ਵਿੱਚ ਰਸ ਹੁੰਦਾ, ਉਹਨੂੰ ਮਕਰੰਦ ਕਹਿੰਦੇ। ਪਰਮਾਤਮਾ ਦੇ ਚਰਨ ਨੇ ਇਹ ਕਮਲ ਫੁੱਲ ਦੇ ਰਸ ਵਰਗੇ ਹਨ। ਲੋਭਿਤ ਮਨੋ, ਮੇਰ ਕਹਿੰਦੇ ਇਸ ਰਸ ਨੂੰ ਵੇਖ ਕੇ, ਇਸ ਫੁੱਲਾਂ ਦੇ ਰਸ ਨੂੰ ਵੇਖ ਕੇ ਮੇਰਾ ਮਨ ਲੁਭਾਇਮਾਨ ਹੋ ਗਿਆ ਹੈ। ਜਿਵੇਂ ਫੁੱਲਾਂ ਨੂੰ ਵੇਖ ਕੇ ਭੌਰੇ ਦਾ ਮਨ ਲੁਭਾਇਮਾਨ ਹੋ ਜਾਂਦਾ ਵੀ ਹਾਂ ਇਹ ਰਸ ਚੂਸੋ। ਪਰਮਾਤਮਾ ਦੇ ਚਰਨ ਕਹਿੰਦੇ ਇਸ ਤਰ੍ਹਾਂ ਨੇ ਜਿਵੇਂ ਕਮਲ ਫੁੱਲ ਦਾ ਰਸ ਹੋਵੇ। ਕਹਿੰਦੇ ਉਸ ਨੂੰ ਵੇਖ ਕੇ ਲੋਭਿਤ ਮਨੋ ਮੇਰਾ ਮਨ ਲਾਲਚੀ ਹੋ ਗਿਆ ਹੈ। ਅਣ ਦਿਨੋਂ ਮੋਹਿ ਆਹੀ ਪਿਆਸਾ, ਅਣ ਦਿਨ ਹੁੰਦਾ ਦਿਨ ਰਾਤ। ਹੁਣ ਅਸਲ ਸ਼ਬਦ ਹੈ ਅਣ ਦਿਨ, ਅਸਲ ਸ਼ਬਦ ਹੈ ਅਣ ਦਿਨ, ਦਿਨ ਰਾਤ। ਇੱਥੇ ਨੰਨੇ ਨੂੰ ਹੋੜਾ ਲਾ ਰੱਖਿਆ ਵੀ ਇਹਨੂੰ ਅਣ ਦਿਨ ਨਹੀਂ ਬੋਲਣਾ, ਇਸ ਨੂੰ ਬੋਲਣਾ ਅਣ ਦਿਨੋਂ। ਅਣ ਦਿਨੋਂ ਮੋਹਿ ਆਹੀ ਪਿਆਸਾ, ਦਿਨ ਰਾਤ ਮੈਨੂੰ ਇਹੀ ਪਿਆਸ ਰਹਿੰਦੀ ਹੈ, ਇਹੀ ਤਮੰਨਾ ਰਹਿੰਦੀ ਹੈ ਕਿ ਕਦੋਂ ਮੈਨੂੰ ਪਰਮਾਤਮਾ ਦੇ ਚਰਨ ਕਮਲ ਦਾ ਇਹ ਰਸ ਪ੍ਰਾਪਤ ਹੋਵੇ। ਕਿਰਪਾ ਜਲ ਦੇ, ਇਹਨੂੰ ਕਿਰਪਾ ਨਹੀਂ ਪੜ੍ਹਨਾ, ਖਿਆਲ ਰੱਖਣਾ ਪੜ੍ਹਦੇ ਹੋਏ, ਨਹੀਂ ਤਾਂ ਅਗਲੇ ਕਹਿੰਦੇ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਜੇ ਕੋਈ ਇਸ ਨੂੰ ਆ ਕਿਰਪਾ ਨੂੰ ਕਿਰਪਾ ਪੜ੍ਹਦੇ ਨੇ ਇਹਦੇ ਮਤਲਬ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹਦੇ ਨੇ ਮੁੱਢਲਾ ਹੀ ਕੱਚ ਰਹਿ ਗਿਆ। ਜਿਵੇਂ ਜੇ ਪ੍ਰਾਇਮਰੀ 'ਚ ਪੰਜਾਬੀ ਮਾੜੀ ਹੋਵੇ ਨਾ ਉਹ ਅੱਗੇ ਜਾ ਕੇ ਠੀਕ ਨਹੀਂ ਹੁੰਦੀ। ਪ੍ਰਾਇਮਰੀ ਨੂੰ ਆਧਾਰ ਮੰਨਿਆ ਗਿਆ ਹੈ, ਜਿਵੇਂ ਬਿਲਡਿੰਗ ਦਾ ਬੇਸ ਹੁੰਦਾ ਉਸ ਬੇਸ 'ਤੇ ਬਿਲਡਿੰਗ ਖੜ੍ਹੀ ਹੁੰਦੀ ਹੈ। ਨੀਹਾਂ ਕਮਜ਼ੋਰ ਨੇ, ਬਿਲਡਿੰਗ ਵਧੀਆ ਨਹੀਂ ਬਣ ਸਕਦੀ। ਮੈਂ ਦੇਖਿਆ ਪ੍ਰਾਇਮਰੀ 'ਚ ਜਿਸ ਜ਼ਬਾਨ ਦਾ ਕੱਚ ਰਹਿ ਗਿਆ ਉਹ ਸਾਰੀ ਉਮਰ ਰਹਿ ਜਾਂਦਾ ਹੈ। ਪ੍ਰਾਇਮਰੀ ਦੇ ਟੀਚਰ ਦੇ ਬੜੇ ਹੀ ਯੋਗ ਹੋਣੇ ਚਾਹੀਦੇ ਨੇ। ਹਾਂ, ਉਹ ਵਿਚਾਰੇ ਸਭ ਥੋੜ੍ਹੇ ਪੜ੍ਹੇ ਹੁੰਦੇ ਨੇ, ਯੋਗ ਉੱਪਰ ਜਾਂਦੇ ਹੁੰਦੇ ਨੇ, ਉਹਨੇ ਚਿਰ ਨੂੰ ਗੱਲ ਬਣਦੀ ਨਹੀਂ ਹੈਗੀ। ਸੋ ਜਦੋਂ ਪੰਜਾਬੀ ਪੜ੍ਹਾਈ ਜਾਵੇ ਤਾਂ ਬੱਚੇ ਨੂੰ ਦੱਸਿਆ ਜਾਏਗਾ ਕਾਕਾ ਵੀ ਇਹ ਜਿਹੜਾ ਕੱਕੇ ਨੂੰ ਸਿਹਾਰੀ ਲੱਗੀ ਹੈ ਨਾ, ਇਹ ਕੱਕੇ ਨੂੰ ਸਿਹਾਰੀ ਨਹੀਂ ਬੋਲਦੀ, ਇਹ ਤਾਂ ਜਿਹੜਾ ਪੈਰ 'ਚ ਰਾਰਾ ਲੱਗਾ ਉਹਨੂੰ ਬੋਲਦੀ ਹੈ। ਇਸ ਲਈ ਕਿਰਪਾ ਨਹੀਂ ਹੈ, ਇਹ ਤਾਂ ਕੱਕਾ ਰਾਰੇ ਨੂੰ ਸਿਹਾਰੀ, ਪੱਪੇ ਨੂੰ ਕੰਨਾ ਕਿਰਪਾ। ਜੇ ਤੁਹਾਨੂੰ ਲਿਖ ਕੇ ਦਈਏ ਵੀ ਕੱਕਾ ਰਾਰੇ ਨੂੰ ਸਿਹਾਰੀ ਅਤੇ ਪੱਪੇ ਨੂੰ ਕੰਨਾ, ਵੀ ਕੀ ਬਣ ਗਿਆ? ਕਿਰਪਾ ਪੜ੍ਹੋਗੇ। ਹੁਣ ਕਿਰਪਾ ਨਹੀਂ ਪੜ੍ਹ ਸਕਦੇ ਕਿਉਂਕਿ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਨਾ ਗਿਆਨ ਹੋਣ ਕਰਕੇ ਕਿ ਕੱਕੇ ਨੂੰ ਸਿਹਾਰੀ ਕਾਹਦੇ ਨਾਲ ਬੋਲੇਗੀ, ਕੱਕੇ ਨਾਲ ਬੋਲੇਗੀ, ਰਾਰੇ ਨਾਲ ਬੋਲੇਗੀ। ਗਿਆਨ ਨਹੀਂ ਹੈ ਇਸ ਲਈ ਕਿਰਪਾ ਜੀ, ਹੁਣ ਕਿਰਪਾ ਪੜ੍ਹ ਦਿੰਦੇ ਨੇ। ਹੁਣ ਮੈਂ ਜੇ ਹੁਣੇ ਦੱਸ ਕੇ ਹਟੇ ਸੀ ਬਈ ਜਿਹੜਾ ਗ੍ਰਹਿ ਸ਼ਬਦ ਹੈ,
99% ਕੀਰਤਨੀਏ ਪਾਠੀ ਕਥਾਕਾਰ ਉਸ ਨੂੰ ਗ੍ਰਹਿ ਕਹਿੰਦੇ ਨੇ। ਗ੍ਰਹਿ ਕਹਿੰਦੇ ਵੀ ਗੱਗੇ ਨੂੰ ਸਿਆਰੀ ਪੈਰ 'ਚ ਰਾਰਾ ਹਾਹਾ ਹੈ ਵੀ ਉਹ ਗੱਗੇ ਨਾਲ ਸਿਆਰੀ ਕਿਵੇਂ ਬੋਲ ਪਈ ਤਾਂ ਰਾਰੇ ਨਾਲ ਬੋਲੂਗੀ। ਪੈਰ 'ਚ ਰਾਰਾ ਲੱਗੇ, ਗੱਗਾ ਰਾਰੇ ਨੂੰ ਸਿਆਰੀ ਹਾਹਾ। ਹੁਣ ਕਾਲੇ ਪੁੱਛ ਕੀ ਬੋਲੋ ਜੀ, ਕੀ ਬੋਲੋਗੇ? ਫਿਰ ਕਹੇਗਾ ਗ੍ਰਹਿ, ਫਿਰ ਕਹੇਗਾ ਗ੍ਰਹਿ। ਜੇ ਨਹੀਂ ਪਤਾ ਉਹ ਫਿਰ ਗੱਗੇ ਨੂੰ ਸਿਆਰੀ ਬੋਲ ਦੇਗਾ, ਗ੍ਰਹਿ ਅਸਲ ਗ੍ਰਹਿ ਬੋਲ ਦੇਗਾ, ਅਰਥ ਹੀ ਬਦਲ ਦੇਗਾ। ਗ੍ਰਹਿ ਹਿੰਦੀ ਦਾ ਸ਼ਬਦ ਹੈ, ਗ੍ਰਹਿ ਮੈਨੇ ਘਰ, ਅਤੇ ਗ੍ਰਹਿ ਤਾਂ ਨੇ ਮੰਗਲ ਗ੍ਰਹਿ, ਸ਼ਨੀ ਗ੍ਰਹਿ, ਬਾਕੀ 9 ਗ੍ਰਹਿ ਨੇ। ਸੂਰਜ ਦੇ ਦੁਆਲੇ ਜਿਹੜੀ ਧਰਤੀਆਂ ਘੁੰਮਦੀਆਂ ਉਹਨਾਂ ਨੂੰ ਕਹਿੰਦੇ ਨੇ ਗ੍ਰਹਿ। ਗ੍ਰਹਿ ਹੁੰਦਾ ਘਰ, ਗ੍ਰਹਿ ਤੋਂ ਬਣੇ ਗ੍ਰਸਤੀ। ਫਲਾਣਾ ਬੰਦਾ ਜੀ ਗ੍ਰਸਤੀ ਹੈ, ਆਪਾਂ ਇਹਦੇ ਕਿ ਫਲਾਣਾ ਬੰਦਾ ਗ੍ਰਸਤੀ ਹੈ, ਉਦੋਂ ਅਸੀਂ ਠੀਕ ਬੋਲਦੇ ਹਾਂ। ਫਲਾਣਾ ਬੰਦਾ ਗ੍ਰਸਤੀ ਹੈ, ਵੀ ਵਿਆਹ ਵਰਿਆ ਬਾਲ ਬੱਚਿਆਂ ਵਾਲਾ, ਉਦੋਂ ਗ੍ਰਸਤੀ ਬੋਲਦੇ ਹਾਂ। ਪਰ ਗ੍ਰਹਿ ਵੇਲੇ ਗ੍ਰਹਿ ਬੋਲਦੇ ਹਾਂ, ਗੜਬੜ ਕਰ ਦਿੰਦੇ ਹਾਂ। ਸਾਨੂੰ ਮੁੱਢਲਾ ਗਿਆਨ ਨਹੀਂ ਹੈਗਾ। ਮੁੱਢਲਾ ਨਾ ਗਿਆਨ ਹੋਣ ਕਾਰਨ ਛੋਟੇ ਛੋਟੇ ਸ਼ਬਦਾਂ ਨੂੰ ਵੀ ਵੱਡੇ ਲੋਕ ਗਲਤ ਮਲਤ ਪੜ੍ਹਦੇ ਰਹਿੰਦੇ ਨੇ ਸਾਰੀ ਉਮਰ। ਇਸ ਲਈ ਆਪ ਜੀ ਨੇ ਖਿਆਲ ਰੱਖਣਾ। ਇਹ ਨਾ ਕਿ ਜਦੋਂ ਮੈਂ ਕਦੇ ਫਿਰ ਤੁਹਾਡਾ ਪਾਠ ਸੁਣ ਰਿਹਾ ਤੁਸੀਂ ਫਿਰ ਕਹੋ ਕਿਰਪਾ ਜਲ ਦੇ ਨਾਨਕ ਸਾਰੰਗ, ਅਤੇ ਮੈਂ ਕਹਾਂਗਾ ਇੰਨੀ ਦੇਰ ਮੱਥਾ ਮਾਰਿਆ ਐਵੇਂ ਗਿਆ, ਅਤੇ ਐਵੇਂ ਗਿਆ ਫਿਰ। ਸੋ ਆਪਾਂ ਪੜ੍ਹੇ ਲਿਖੇ ਹਾਂ, ਆਪਾਂ ਅਨਪੜ੍ਹ ਨਹੀਂ ਹੈਗੇ। ਅਨਪੜ੍ਹ ਠੀਕ ਹੈ, ਜੇ ਜਿਵੇਂ ਮਰਜ਼ੀ ਪੜ੍ਹੀ ਜਾਵੇ, ਕੋਈ ਅਫਸੋਸ ਨਹੀਂ ਹੁੰਦਾ ਵੀ ਭਾਈ ਤਾਂ ਪੜ੍ਹੇ 2.5 ਜਮਾਤ ਹੈ, ਠੀਕ ਹੈ। ਹੁਣ ਆਖਰ ਕਰ ਰੋਟੀ ਪਾਣੀ ਦਾ ਗੁਜ਼ਾਰਾ ਤਾਂ ਕਰਨਾ ਹੀ ਹੈ। ਜਿਹੜੇ ਸਕੂਲਾਂ 'ਚ ਕੁੱਟ ਖਾ ਕੇ ਹੱਟ ਉੱਡ ਗਏ ਵਿਚਾਰੇ, ਕਿਸੇ ਨੂੰ ਹਿਸਾਬ ਨਾ ਆਇਆ, ਕਿਸੇ ਨੂੰ ਅੰਗਰੇਜ਼ੀ ਨਾ ਆਈ, ਟੀਚਰ ਕੁੱਟਦਾ ਸੀ, ਫਿਰ ਪੜ੍ਹਨੋਂ ਹਟ ਗਏ। ਹੁਣ ਕੋਈ ਕੰਮ ਤਾਂ ਕਰਨਾ ਹੀ ਹੈ, ਔਰ ਥੋੜ੍ਹਾ ਬਹੁਤਾ ਪਾਠ ਸੀ, ਅਗਲਾ ਪਾਠੀ ਬਣ ਗਿਆ। ਉਹਨਾਂ ਦੀ ਗੱਲ ਨਹੀਂ, ਗੱਲ ਤਾਂ ਮੈਂ ਤੁਹਾਡੀ ਕਰ ਰਿਹਾ, ਜਿਹੜੇ ਕੁਆਲੀਫਾਈਡ ਬੰਦੇ ਅੱਗੇ ਬੈਠੇ ਹੋਏ ਹੋ। ਆਪਾਂ ਜੇ ਗਲਤ ਪੜ੍ਹਾਂਗੇ ਤਾਂ ਇਹਦਾ ਮਤਲਬ ਸਾਨੂੰ ਫਿਰ ਪੰਜਾਬੀ ਆਉਂਦੀ ਹੀ ਨਹੀਂ ਹੈਗੀ। ਇਹਦਾ ਮਤਲਬ ਸਾਨੂੰ ਪੰਜਾਬੀ ਹੀ ਨਹੀਂ ਆਉਂਦੀ ਹੈ। ਹਿੰਦੀ, ਫਾਰਸੀ, ਸੰਸਕ੍ਰਿਤ ਤੋਂ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ। ਇਹ ਵੀ ਨਹੀਂ ਹੁੰਦਾ ਕਿ ਤੁਹਾਨੂੰ ਆਉਂਦਾ ਨਹੀਂ ਹੈਗਾ, ਨਹੀਂ। ਮੈਂ ਦੇਖਿਆ ਬੰਦਾ ਥੋੜ੍ਹੇ ਲਾਪਰਵਾਹ ਧਿਆਨ ਨਾਲ ਪੜ੍ਹਦਾ ਨਹੀਂ ਹੈਗਾ ਵੀ ਕੀ ਲਿਖਿਆ ਹੋਇਆ। ਜੇ ਧਿਆਨ ਨਾਲ ਥੋੜ੍ਹਾ ਪੜ੍ਹਾਂਗੇ ਤਾਂ ਉਹਨੂੰ ਫਿਰ ਜੇ ਜੋੜ ਕੇ ਪੜ੍ਹਾਂਗੇ ਠੀਕ ਹੋ ਜਾਏਗਾ। ਸੋ ਆਪ ਜੀ ਨੇ ਅੱਗੇ ਤੋਂ ਖਿਆਲ ਰੱਖਣਾ। ਜਦੋਂ ਪੰਜਾਬੀ ਦਾ ਸ਼ਬਦ ਹੋਵੇਗਾ ਨਾ, ਉਦੋਂ ਕੱਕੇ ਨੂੰ ਸਿਆਰੀ, ਰਾਰਾ, ਪੱਪੇ ਨੂੰ ਕੰਨਾ ਪੂਰਾ ਲਿਖਿਆ ਹੋਵੇਗਾ ਕਿਰਪਾ, ਉਦੋਂ ਇਹ ਪੰਜਾਬੀ ਦਾ ਹੈ। ਜਦੋਂ ਕੱਕੇ ਦੇ ਪੈਰ 'ਚ ਰਾਰਾ ਲੱਗਾ ਹੋਇਆ ਫਿਰ ਇਹ ਹਿੰਦੀ ਦਾ ਹੈ, ਅਤੇ ਹਿੰਦੀ ਜਿਹਦਾ ਉਚਾਰਨ ਹੈ ਕਿਰਪਾ। ਜਿਵੇਂ ਆਪਾਂ ਕਹਿੰਦੇ ਕਿਰਪਿਆ, ਵੀ ਕਿਰਪਾ ਕਰਕੇ ਆਪਾਂ ਕਹਿੰਦੇ। ਕਿਰਪਾ ਜਲ ਦੇ ਨਾਨਕ ਸਾਰਿੰ ਕੋ, ਹੋਏ ਜਾਤੇ ਤੇਰਾ ਨਾਏ ਬਸ। ਕਿਰਪਾ ਜਲ ਦੂਜਾ ਪਾਣੀ ਨਹੀਂ, ਆਪਣੀ ਕਿਰਪਾ ਰੂਪੀ ਜਲ ਦੇ, ਤਾਂ ਜੋ ਸਾਰੰਗ ਹੁੰਦਾ ਪਪੀਹਾ। ਪਪੀਹਾ ਜੇ ਕਹਿੰਦੇ ਮੈਂ ਹੈਗਾ ਪਪੀਹਾ, ਇਹ ਪਰਮਾਤਮਾ ਆਪਣੀ ਕਿਰਪਾ ਦਾ ਮੈਨੂੰ ਜਲ ਦੇ, ਤਾਂ ਜਾਤੇ ਤੇਰਾ ਨਾਏ ਵਸ, ਜਿਸ ਤੋਂ ਫਿਰ ਤੇਰੇ ਨਾਮ ਦੇ ਵਿੱਚ ਮੇਰਾ ਵਾਸਾ ਹੋ ਜਾਏ, ਮੇਰਾ ਵਸੇਬਾ ਤੇਰੇ ਨਾਮ ਦੇ ਵਿੱਚ ਹੋ ਜਾਏ। ਮੈਨੂੰ ਆਪਣੀ ਕਿਰਪਾ ਦਾ ਜਲ ਦੇ, ਭਾਵ ਮੈਂ ਪਪੀਹਾ ਹਾਂ, ਮੈਂ ਤੇਰੇ ਤੋਂ ਮੰਗਣ ਆਇਆ ਹਾਂ। ਉਂਝ ਤਾਂ ਪਪੀਹੇ ਨੂੰ ਪਾਣੀ ਚਾਹੀਦਾ ਹੁੰਦਾ ਹੈ, ਪਰ ਮੈਨੂੰ ਤਾਂ ਤੇਰੇ ਕਿਉਂ, ਮੈਂ ਪਪੀਹਾ ਜਾਨਵਰ ਨਹੀਂ ਹਾਂ, ਮਨੁੱਖ ਹਾਂ, ਗੁਰਮੁਖ ਹਾਂ। ਮੈਂ ਤੇਰੇ ਤੋਂ ਨਾਮ ਜਲ ਮੰਗਣ ਆਇਆ ਹਾਂ, ਅਤੇ ਨਾਮ ਜਲ ਆਪਣੀ ਕਿਰਪਾ ਦਾ ਜਲ ਮੈਨੂੰ ਬਖਸ਼, ਤਾਂ ਜੋ ਮੇਰੀ ਜਿਹੜੀ ਪਿਆਸ ਹੈ ਉਹ ਖਤਮ ਹੋ ਜਾਵੇ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੰਗਤ ਨੂੰ ਜੀ, ਪਰਸੋਂ ਤੋਂ ਸ਼੍ਰੀ ਅਖੰਡ ਪਾਠ ਸ਼ੁਰੂ ਹੋਣੇ ਨੇ। ਆਪਾਂ ਸਾਹਿਬਜ਼ਾਦਿਆਂ ਦੇ ਸ਼ਹੀਦਾਂ ਦੇ ਦਿਹਾੜਾ ਮਨਾ ਰਹੇ ਹਾਂ 25 ਤੋਂ 27। 25 ਸ਼ੁੱਕਰਵਾਰ ਹੈ, 25 ਤਰੀਕ ਨੂੰ ਆਪਾਂ 7:45 ਵਜੇ ਅਰਦਾਸ ਸ਼ੁਰੂ ਕਰ ਲੈਂਦੇ ਹਾਂ। 8 ਵਜੇ ਅਖੰਡ ਪਾਠ ਸ਼ੁਰੂ ਹੋ ਜਾਂਦੇ ਨੇ। ਐਤਵਾਰ ਨੂੰ 7:30 ਵਜੇ ਭੋਗ ਪੈਣੇ ਸ਼ੁਰੂ ਹੋ ਜਾਣੇ ਨੇ। 8 ਵਜੇ ਸਮਾਪਤੀ ਹੋ ਜਾਣੀ ਹੈ। ਉਸ ਤੋਂ ਬਾਅਦ ਜਿਹੜੀ ਵੀ ਸੰਗਤ 100-200 ਗੁਰੂ ਪਿਆਰੇ ਆਏ ਹੋਣਗੇ, ਅਜੇ ਕੀਰਤਨ ਨਹੀਂ ਸ਼ੁਰੂ ਕਰਨਾ, ਹਾਲਾਤ ਵੇਖ ਰਹੇ ਹਾਂ।
ਫਿਰ ਜਦੋਂ ਹਾਲਾਤ ਆਮ ਨਾਰਮਲ ਹੋ ਗਏ, ਫਿਰ ਆਪਾਂ ਵੱਡਾ ਗੁਰਦੁਆਰਾ ਸਾਹਿਬ ਖੋਲ੍ਹ ਕੇ ਫਿਰ ਸਾਰਾ ਪ੍ਰੋਚੇ ਕਰਾਂਗੇ। ਐਤਵਾਰ ਨੂੰ 8 ਵਜੇ ਫਿਰ ਚਾਹ ਪਾਣੀ ਦੇ ਲੰਗਰ ਛਕਾ ਕੇ ਸਮਾਪਤੀ ਕਰ ਦੇਣੀ ਹੈ। ਸੋ ਇਸ ਲਈ ਆਪ ਜੀ ਨੇ ਯਾਦ ਰੱਖਣਾ, ਜਿਹੜੇ ਪਾਠੀ ਹੋ ਅਤੇ ਜਿਨ੍ਹਾਂ ਪਾਠੀਆਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਦੱਸ ਵੀ ਦੇਣਾ ਕਿ ਭਾਈ 25 ਤਰੀਕ ਤੋਂ ਲੈ ਕੇ 27 ਤਰੀਕ ਤੱਕ ਤੁਹਾਡੀ ਡਿਊਟੀਆਂ ਲੱਗੀਆਂ ਹੋਈਆਂ। ਉਂਝ ਤੇ ਕਾਕਾ ਜਿਹੜਾ ਹੈ ਨੇ ਵਾਰੀ ਵਾਰੀ ਸਾਰਿਆਂ ਨੂੰ ਟੈਲੀਫੋਨ ਕਰ ਰਿਹਾ, ਯਾਦ ਵੀ ਕਰਾ ਰਿਹਾ, ਪਰ ਜੇ ਕੋਈ ਰਹਿ ਜਾਵੇ ਤਾਂ ਤੁਸੀਂ ਦੱਸ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ